ਹੈਲੋ ਸਟੂਡੈਂਟਸ, ਵੈਲਕਮ ਟੂ ਸਮਰਥ ਅਕੈਡਮੀ। ਸੋ ਅੱਜ ਤੋਂ ਅਸੀਂ ਸਟਾਰਟ ਕਰ ਰਹੇ ਹਾਂ ਪੰਜਾਬ ਪੁਲਿਸ ਕਾਂਸਟੇਬਲ 2026 ਦੀ ਤਿਆਰੀ, ਜਿਹਦੇ ਲਈ ਅਸੀਂ ਪੰਜਾਬ ਪੁਲਿਸ ਕਾਂਸਟੇਬਲ 2025 ਦੇ ਸਾਰੇ ਸੈਟਸ ਜਿੰਨੇ ਵੀ ਆਏ ਆ ਉਹ ਕਰਾਂਗੇ। ਫਿਰ ਉਸ ਤੋਂ ਬਾਅਦ 2024 ਦੇ ਸਾਰੇ ਸੈਟਸ ਕਰਾਂਗੇ। ਉਸ ਤੋਂ ਬਾਅਦ ਮੈਂ ਤੁਹਾਨੂੰ ਟੌਪਿਕ ਵਾਈਜ਼ ਜਿਹੜਾ ਕੁਐਸਚਨ ਪੁੱਛਿਆ ਗਿਆ ਵਾ, ਜਿੱਦਾਂ ਕਿ ਪਰਸੈਂਟੇਜ ਦੇ ਵਿੱਚ ਕਿਹੜੇ ਕੁਐਸਚਨ ਪੁੱਛੇ ਗਏ ਆ, ਰੇਸ਼ੋ ਪ੍ਰੋਪੋਰਸ਼ਨ 'ਚ ਕਿਹੜੇ ਕੁਐਸਚਨ ਪੁੱਛੇ ਗਏ ਆ, प्रॉफिट एंड लॉस से किहड़े पूछे, एवरेज डिफरेंट चैप्टर सिंपलीफिकेशन जो पूछा होगा असीं टॉपिक वाइज करांगे। तो सब तो पहला असीं सैट्स करते हैं 2025 दे पेपर फर्स्ट करांगे, ठीक है। सो इहदी जो PDF है तुहानूं टैलीग्राम चैनल ते मिल जाऊगी। टैलीग्राम चैनल का लिंक जिहड़ा है वो तुहानूं डिस्क्रिप्शन बॉक्स में मिल जाऊगा। 2024 दे कुछ शिफ्टां जिहड़ियां वा मैं ऑलरेडी वीडियो बनाई हुई उहदी प्लेलिस्ट जिहड़ी है उहदा लिंक भी मैं तुहानूं डिस्क्रिप्शन बॉक्स दे दांगे। इस साल दोबारा करांगे वो वाला। सो स्टार्ट करते हैं मैथ्स की पहली वीडियो तो। ਕਾਂਸਟੇਬਲ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਜਲਦੀ ਹੁਣ ਆਊਟ ਹੋ ਜਾਊਗੀ। ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ, ਅਸੀਂ ਜਨਵਰੀ ਦੇ ਲਾਸਟ ਦੇ ਵਿੱਚ ਹੁਣ ਆਲਮੋਸਟ ਆ ਗਏ ਹੋਏ ਆ, ਠੀਕ ਹੈ। ਸੋ 2026 ਦਾ ਜੋ ਪੇਪਰ ਰਹਿਣ ਵਾਲਾ ਹੈ ਇੰਪੋਰਟੈਂਟ ਹੈ। ਕਿਉਂ? ਇੱਕ ਤਾਂ ਇਹਦੇ ਵਿੱਚ ਵੈਕੈਂਸੀਜ਼ ਜਿਹੜੀਆਂ ਵਾ ਪਹਿਲੇ ਨਾਲੋਂ ਵੱਧ ਆ ਰਹੀਆਂ ਵਾ, 1800 ਦੀ ਜਗ੍ਹਾ ਤੇ 3400 ਵੈਕੈਂਸੀਆਂ ਆ ਰਹੀਆਂ ਵਾ। ਦੂਸਰੀ ਗੱਲ ਹੈ ਕਿ ਹੁਣ 27 ਦੇ ਵਿੱਚ ਇਲੈਕਸ਼ਨ ਹੋਣਗੇ, ਉਸ ਤੋਂ ਬਾਅਦ ਕੀ ਹੋਊਗਾ ਪਤਾ ਨਹੀਂ। ਸੋ ਇਹ ਬੜਾ ਇੰਪੋਰਟੈਂਟ ਈਅਰ ਹੈ ਜਿਹਦੇ ਵਿੱਚ ਅਸੀਂ ਕਾਂਸਟੇਬਲ, ਅਗਰ ਤੁਸੀਂ ਹੋਰ PSSB ਦੇ ਐਗਜ਼ਾਮਸ ਦੀ ਤਿਆਰੀ ਵੀ ਕਰ ਰਹੇ ਹੋ ਤਾਂ ਤੁਹਾਡੇ ਲਈ ਐਕਸਾਈਜ਼ ਇੰਸਪੈਕਟਰ, ਪਟਵਾਰੀ ਆ ਸਭ ਪੇਪਰ ਵੀ ਆਉਣਗੇ, ਠੀਕ ਹੈ। ਸੋ ਤਿਆਰੀ ਜੋ ਹੈ ਉਹ ਖਿੱਚ ਕੇ ਕਰਨੀ ਹੈ ਤਾਂ ਜੋ ਇसी ਸਾਲ ਜਿਹੜੀ ਹੈ ਗਵਰਨਮੈਂਟ ਜੌਬ ਮਿਲ ਜਾਏ, ਅਗਲੇ ਸਾਲਾਂ ਲਈ ਵੇਟ ਨਾ ਕਰਨੀ ਪਵੇ, ਠੀਕ ਹੈ ਜੀ। ਚਲੋ ਪਹਿਲਾ ਅਸੀਂ ਕੁਐਸਚਨ ਸਟਾਰਟ ਕਰਦੇ ਹਾਂ, ਠੀਕ ਹੈ। ਦੋਨੋਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਜਿਹੜੇ ਹੈ ਕੁਐਸਚਨ ਤੁਹਾਨੂੰ ਮੈਂ ਪੰਜਾਬੀ 'ਚ ਸਮਝਾ ਦੂੰਗਾ, ਠੀਕ ਹੈ। ਤੇ ਅਸੀਂ ਲਾਸਟ ਈਅਰ 2025 ਦੇ ਵਿੱਚ ਜਿਹੜੇ ਸੈੱਟ ਆਏ, ਜਿਹੜਾ TCS ਨੇ ਤੁਹਾਨੂੰ ਕੁਐਸਚਨ ਪੁੱਛੇ ਆ ਉਹ ਸਾਰੇ ਆਪਾਂ ਡਿਸਕਸ ਕਰਾਂਗੇ, ਠੀਕ ਹੈ, ਸੈੱਟ ਬਾਈ ਸੈੱਟ। ਸੋ ਪਹਿਲਾ ਕੁਐਸਚਨ ਹੈ ਕਿ ਜਿਹੜਾ ਕੁਐਸਚਨ ਮਾਰਕ ਹੈ ਇੱਥੇ ਦੋ ਜਗ੍ਹਾ ਪਿਆ ਹੋਇਆ ਵਾ, ਇਦਾਂ ਦਾ ਕਿਹੜਾ ਨੰਬਰ ਹੈ ਜਿਹੜਾ ਆਪਾਂ ਇੱਥੇ ਪੁੱਟ ਕਰ ਦਈਏ ਤੇ ਇਹ ਜਿਹੜੀ ਹੈ ਮੈਚ ਕਰ ਜਾਏ, ਠੀਕ ਹੈ। ਸੋ ਅਗਰ ਕੁਐਸਚਨ ਮਾਰਕ ਜਗ੍ਹਾ ਤੇ ਮੈਂ x ਲਿਖ ਦਵਾਂ ਤਾਂ x/10 ਤੇ ਇੱਥੇ ਕਿੰਨਾ ਆ ਜਾਊਗਾ 160/x, ਔਰ x ਇੱਥੇ ਜਾ ਕੇ ਕੀ ਹੋ ਜਾਊਗਾ, x ਨੂੰ x ਨਾਲ ਮਲਟੀਪਲਾਈ ਕਰਾਂਗੇ ਤਾਂ x² ਇੱਥੇ ਕਿੰਨਾ ਆ ਗਿਆ 1600, ਠੀਕ ਹੈ। 10 ਦੀ ਮਲਟੀਪਲੀਕੇਸ਼ਨ ਇੱਥੇ ਹੋ ਗਈ। x² ਦੀ ਵੈਲਿਊ ਕਿੰਨੀ ਹੋਊਗੀ √1600, ਠੀਕ ਹੈ। √1600 ਨੂੰ ਅਸੀਂ ਇਦਾਂ ਵੀ ਲਿਖ ਸਕਦੇ ਹਾਂ 16 × 100। ਹੁਣ 16 ਹੁੰਦਾ ਵਾ 4 ਦਾ ਸਕੁਅਰ ਤਾਂ 4 ਆ ਜਾਊਗਾ, 100 ਹੁੰਦਾ ਵਾ 10 ਦਾ ਸਕੁਅਰ ਤੇ ਇੱਥੇ ਕਿੰਨਾ ਆ ਜਾਊਗਾ 10। ਸੋ ਸਾਡੇ ਕੋਲ ਆਨਸਰ ਕਿੰਨਾ ਆ ਜਾਊਗਾ 40, ਜਾਂ ਆਪਾਂ ਕਹਾਂਗੇ 40 ਦਾ ਸਕੁਅਰ ਜਿਹੜਾ ਵਾ ਹੁੰਦਾ ਵਾ 1600, ਠੀਕ ਹੈ। 2025 ਦੇ PYQ ਪੇਪਰ ਦੇ ਵਿੱਚ ਸੈੱਟ ਦੇ ਵਿੱਚ ਇਹ ਕੁਐਸਚਨ ਆਇਆ ਹੋਇਆ ਵਾ। ਸੋ ਅਗਰ ਆਪਾਂ ਮੈਥਸ ਦੀ ਗੱਲ ਕਰੀਏ 2025 ਦੀ, ਤਾਂ ਜਿਹੜਾ ਐਵਰੇਜ ਤੋਂ ਅਬਵ ਸਟੂਡੈਂਟਸ ਹੈ, ਜਿਹੜਾ ਅੱਛੀ ਤਰ੍ਹਾਂ ਮੈਥਸ ਕਰਕੇ ਗਿਆ ਵਾ, ਉਹਦੇ 20 ਚੋਂ 18 ਨੰਬਰ ਜਿਹੜੇ ਆ ਉਹ ਕਿਤੇ ਨਹੀਂ ਜਾਂਦੇ, ਠੀਕ ਹੈ। 18 ਨੰਬਰ ਜਿਹੜੇ ਕੁਐਸਚਨ ਹੈ ਸੌਖੇ ਹੈ, ਠੀਕ ਹੈ। ਸੋ ਜਿਨ੍ਹਾਂ ਦੇ ਪਿਛਲੇ ਸਿਲੈਕਸ਼ਨ ਹੋਈ ਹੈ, ਜਿੱਦਾਂ ਮੈਂ ਕਹਾਂ ਕਿ ਜਨਰਲ ਕੈਟਾਗਰੀ ਦੀ ਜੋ ਕੱਟ ਆਫ ਹੈ ਉਹ 85-86 ਰਹੀ ਹੈ, ਉਹਦੇ ਵਿੱਚ ਜਿਨ੍ਹਾਂ ਦੇ ਕੁਆਂਟ ਤੇ ਰੀਜ਼ਨਿੰਗ 'ਚ 40 ਚੋਂ 40 ਦੇ ਕੋਲ ਜਾਂ 37-38 ਨੰਬਰ ਹੈ, ਉਹਨਾਂ ਦੀਆਂ ਸਿਲੈਕਸ਼ਨਾਂ ਜਿਹੜੀਆਂ ਕਾਫੀ ਆਪਾਂ ਨੂੰ ਦੇਖਣ ਨੂੰ ਮਿਲੀਆਂ ਵਾ। ਹਾਲਾਂਕਿ ਕੋਈ ਵੀ ਸਬਜੈਕਟ ਤੁਸੀਂ ਛੱਡ ਨਹੀਂ ਸਕਦੇ ਕਿਉਂਕਿ ਕੱਟ ਆਫ ਬੜੀ ਹਾਈ ਜਾ ਰਹੀ ਹੈ, ਠੀਕ ਹੈ ਜੀ। ਚਲੋ ਸੌਰੀ, ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ 'ਚ ਕਹਿ ਰਿਹਾ ਵਾ ਕਿ ਇਹਦੀ ਵੈਲਿਊ ਦੱਸੋ ਕੀ ਹੋਊਗੀ। ਹੁਣ ਧਿਆਨ ਨਾਲ ਦੇਖੋ, ਨੀਚੇ ਸਾਨੂੰ 12 ਨਜ਼ਰ ਆ ਰਿਹਾ 3 ਵਾਰ, ਉੱਪਰ ਇੱਥੇ ਵੀ 12 ਨਜ਼ਰ ਆ ਰਿਹਾ ਵਾ 3 ਵਾਰ, ਪਰ ਡੈਸੀਮਲ 1.2 ਹੈ। ਇੱਥੇ ਵੀ 12 ਨਜ਼ਰ ਆ ਰਿਹਾ 3 ਵਾਰ, ਪਰ ਡੈਸੀਮਲ ਪੁੱਟ ਗਿਆ। ਹੁਣ ਅਸੀਂ ਕੀ ਕਰਾਂਗੇ, ਧਿਆਨ ਨਾਲ ਦੇਖੋ, ਮੈਂ 1.2 ਨੂੰ ਇਦਾਂ ਲਿਖ ਸਕਦਾ ਵਾਂ, ਧਿਆਨ ਨਾਲ ਦੇਖੋ, 12/10 × 12/10 × 12/10, ਠੀਕ ਹੈ ਜੀ। ਇੱਥੇ ਲਿਖ ਦਿੰਦੇ ਆ ਮਾਈਨਸ, ਕਿਉਂਕਿ ਵਿੱਚ ਲਿਖਿਆ ਹੋਇਆ ਇੱਥੇ ਮਾਈਨਸ। ਹੁਣ ਇੱਥੇ ਵੀ ਅਗਰ 12 ਬਣਾਉਣਾ ਤਾਂ ਮੈਂ ਲਿਖ ਸਕਦਾ 12/100 × 12/100 × 12/100, ਤੇ ਡਿਨੋਮੀਨੇਟਰ ਦੇ ਵਿੱਚ ਸਾਡੇ ਕੋਲ ਕੀ ਹੈਗਾ ਵਾ, ਡਿਨੋਮੀਨੇਟਰ ਹੈਗਾ 12 × 12 × 12। ਹੁਣ ਕੀ ਮੈਂ ਉੱਪਰ ਵਾਲੇ ਨੰਬਰ ਦੇ ਵਿੱਚੋਂ ਇੱਥੇ 12 × 12 × 12 ਦੋ ਵਾਰ ਲਿਖਿਆ, ਇਹਨੂੰ ਬਾਹਰ ਕਾਮਨ ਲੈ ਸਕਦੇ ਹਾਂ, 12 × 12 × 12, ਠੀਕ ਹੈ। ਹੁਣ ਇੱਥੇ ਬਚੂਗਾ ਕੀ, ਧਿਆਨ ਨਾਲ ਦੇਖੋ, ਇੱਥੇ ਬਚੂਗਾ ਕੀ 1/10 1/10 × 1/10 ਮਾਈਨਸ 1/100 ਮਾਈਨਸ, ਸੌਰੀ ਇੱਥੇ ਮਲਟੀਪਲੀਕੇਸ਼ਨ ਹੈ 1/100 × 1/100, ਠੀਕ ਹੈ ਜੀ। ਇਹ ਬਚ ਗਿਆ। ਹੁਣ ਡਿਨੋਮੀਨੇਟਰ 'ਚ ਕੀ ਹੈ ਸਾਡੇ ਕੋਲ 12 × 12 × 12, ਇਹ 12 × 12 × 12 ਜਿਹੜਾ ਵਾ ਇੱਥੇ ਕੀ ਹੋ ਜਾਊਗਾ, ਕੱਟ ਹੋ ਜਾਊਗਾ। ਕੀ ਹੋ ਜਾਊਗਾ, ਕੱਟ ਹੋ ਜਾਊਗਾ। ਹੁਣ ਸਾਡੇ ਕੋਲ ਆਨਸਰ ਕੀ ਰਹਿ ਗਿਆ, 10 × 10 × 10 ਹੁੰਦਾ ਕੀ ਹੈ 1/1000। ਇੱਥੇ ਕੀ ਹੈ 2 2 4 2 6, 6 ਜ਼ੀਰੋ ਆ ਜਾਊਗੇ। ਕਿੰਨੇ ਜ਼ੀਰੋ ਆ ਜਾਊਗੇ, 6 ਜ਼ੀਰੋ ਆ ਜਾਊਗੇ। ਹੁਣ ਜਦੋਂ ਅਸੀਂ ਇਹਨੂੰ ਸੋਲਵ ਕਰਦੇ ਹਾਂ ਫਰੈਕਸ਼ਨ ਨੂੰ, ਤਾਂ LCM ਲੈਂਦੇ ਹਾਂ। LCM ਦੇ ਵਿੱਚ ਕਿੰਨੇ ਜ਼ੀਰੋ ਆਉਂਗੇ, LCM ਦੇ ਵਿੱਚ ਕਿੰਨੇ ਜ਼ੀਰੋ ਆਉਂਗੇ, ਧਿਆਨ ਨਾਲ ਦੇਖੋ,
6 0 ਆਉਂਗੇ ਜਿੰਨੇ ਸਭ ਤੋਂ ਜ਼ਿਆਦਾ ਹੁੰਦੇ ਆ ਜਿਹਦੇ ਕੋ ਉਹ ਨੰਬਰ ਆਪਾਂ ਲਈਦਾ। ਹੁਣ ਇਹਦੇ ਕੋਲ 3 ਹੈ ਉੱਥੇ 6 ਹੈ, ਇਹਦਾ ਮਤਲਬ ਕੀ ਆ ਇਹਨੂੰ 6 ਬਣਾਉਣ ਲਈ ਉੱਪਰ ਜਿਹੜੇ ਆ 3 0 ਜੋ ਹੈ ਉਹ ਮਲਟੀਪਲਾਈ ਹੋਣਗੇ, 3 0 ਮਲਟੀਪਲਾਈ ਹੋ ਜਾਓਗੇ। ਮਾਈਨਸ 1 ਦਾ 1 ਹੀ ਰਹੂੰਗਾ ਕਿਉਂਕਿ ਡਿਨੋਮੀਨੇਟਰ 'ਚ ਹੁਣ 6 0 ਇੱਥੇ ਵੀ 6 0 ਹੈ। ਸਾਡਾ ਆਂਸਰ ਕੀ ਆਊਗਾ ਇੱਥੇ 9 9 9 ਤੇ ਨੀਚੇ ਆ ਜਾਓਗੇ 6 0। ਕਿੰਨੇ 0 ਆ ਜਾਓਗੇ 6 0। ਇਹ 3 ਨੰਬਰ ਤਾਂ ਨਜ਼ਰ ਆ ਹੀ ਰਹੇ ਆ, 3 ਨੰਬਰ ਹੁਣ ਡੈਸੀਮਲ ਨੂੰ ਐਡਜਸਟ ਕਰਨਾ ਵਾ, 3 ਨੰਬਰ ਹੋਰ ਆ ਰਹੇ ਆ ਤਾਂ ਅਸੀਂ ਕੀ ਕਰਾਂਗੇ 3 0 ਹੋਰ ਪੁੱਟ ਕਰ ਦਾਂਗੇ ਇੱਥੇ 9 9 9। ਮੇਰਾ ਆਂਸਰ ਕੀ ਹੋਊਗਾ 0.000। ਸੋ ਮੈਨੂੰ 2 0 ਨਹੀਂ ਚਾਹੀਦੇ, 1 0 ਨਹੀਂ ਚਾਹੀਦਾ, 4 0 ਵੀ ਨਹੀਂ ਚਾਹੀਦੇ, ਮੈਨੂੰ ਚਾਹੀਦੇ 3 0 ਤੇ 3 9। ਸਾਡਾ ਆਂਸਰ ਕਿੰਨਾ ਹੋਊਗਾ ਚੌਥਾ ਆਪਸ਼ਨ। ਠੀਕ ਹੈ ਜੀ। ਅਗੇਨ ਮੈਂ ਤੁਹਾਨੂੰ ਦੱਸ ਰਿਹਾ ਵਾਂ ਇੰਨਾ ਲੰਬਾ ਕੁਐਸਚਨ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਮੈਨੂੰ ਪਤਾ ਵਾ ਕਿ 12 12 ਕਾਮਨ ਨੇ, ਅਸੀਂ ਦੇਖਣਾ ਬਾਅਦ ਵਿੱਚ ਬਚਿਆ ਕਿੰਨਾ, ਬਾਅਦ ਦੇ ਵਿੱਚ ਬਚਿਆ ਕਿੰਨਾ, ਆਹੀ ਸਾਡਾ ਆਂਸਰ ਹੈ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਕਹਿੰਦਾ ਫਾਈਂਡ ਦਾ ਵੈਲਿਊ ਆਫ ਦਿਸ, ਇਹਦੀ ਵੈਲਿਊ ਫਾਈਂਡ ਕਰਨੀ ਆ। ਸੋ ਇਹਦੇ ਵਿੱਚ ਅਸੀਂ ਦੇਖਦੇ ਕਿ ਇੰਡੈਕਸ ਲਾਅ ਜਿਹੜੇ ਆ ਉਹ ਯੂਜ਼ ਕਰਨੇ ਹੁੰਦੇ ਆ। ਇੰਡੈਕਸ ਲਾਅ, ਇੱਕ ਇੰਡੈਕਸ ਲਾਅ ਵਾਲੇ ਕੁਐਸਚਨ ਜਿਹੜੇ 2024 ਦੇ ਵਿੱਚ ਵੀ ਆਏ ਸੀ। 24 ਦੇ ਵਿੱਚ ਤਾਂ ਬਹੁਤ ਹੀ ਈਜ਼ੀ ਕੁਐਸਚਨ ਪੁੱਛੇ ਗਏ ਸੀ ਕਿ ਤੁਸੀਂ ਸਕਰੀਨ ਤੇ ਦੇਖ ਕੇ ਹੀ ਆਂਸਰ ਨੂੰ ਮਾਰਕ ਕਰ ਸਕਦੇ ਹੋ, ਪਰ ਜਿਹੜੇ ਹੁਣ ਸਾਡੇ ਕੋਲ ਕੁਐਸਚਨ ਆਏ ਇਹਨੂੰ ਥੋੜਾ ਸੋਲਵ ਕਰਨਾ ਪਊਗਾ। ਅਗੇਨ ਅਗਰ ਤੁਸੀਂ ਸਾਡੇ ਕੋਲ ਆਨਲਾਈਨ ਆਫਲਾਈਨ ਬੈਚ ਲੈਣਾ ਚਾਹੁੰਦੇ ਹੋ, ਸਾਡਾ ਇੰਸਟੀਚਿਊਟ ਗਿਆਨਮ ਇੰਸਟੀਚਿਊਟ ਅੰਮ੍ਰਿਤਸਰ ਆਪੋਜ਼ਿਟ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਟੀ ਮਾਰਕੀਟ ਦੇ ਵਿੱਚ। ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇੰਡੈਕਸ ਲਾਅਸ ਕੀ ਹੁੰਦੇ ਉਹ ਵੀ ਸਿਖਾਇਆ ਜਾਵੇ, ਬੇਸਿਕ ਤੋਂ ਸਾਰੇ ਚੈਪਟਰ ਕਰਾਏ ਜਾਣ, ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਾਡੇ ਇੰਸਟੀਚਿਊਟ 'ਚ। ਇਹ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਹੋਊਗਾ ਸਾਡਾ ਆਂਸਰ। ਹੁਣ ਧਿਆਨ ਨਾਲ ਦੇਖੋ ਕਿ ਸਾਡੇ ਕੋਲ ਆਂਸਰ ਦੇ ਵਿੱਚ ਜਿਹੜੀ ਪਾਵਰ ਦਿੱਤੀ ਹੈ ਨਾ ਉਹ ਸਾਰੀ ਦੀ ਸਾਰੀ ਪੋਜ਼ਿਟਿਵ ਦੇ ਵਿੱਚ ਹੈ। ਇੱਥੇ ਪਾਵਰਾਂ ਵਿੱਚ ਨੈਗੇਟਿਵ 'ਚ ਹੈ, ਹੋਲ ਪਾਵਰ ਵੀ ਨੈਗੇਟਿਵ 'ਚ ਹੈ। ਠੀਕ ਹੈ ਜੀ। ਸੋ ਅਸੀਂ ਕੀ ਕਰਾਂਗੇ ਨੈਗੇਟਿਵ ਪਾਵਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਿੱਦਾਂ ਕਿ ਇਹ ਕਰੇ ਨੈਗੇਟਿਵ ਪਾਵਰ ਨੂੰ ਖਤਮ ਕਰਨਾ ਹੋਵੇ, ਦੇਖੋ ਮੈਂ ਤੁਹਾਨੂੰ ਸਮਝਾ ਦੇਣਾ, ਬਾਅਦ ਚੋਂ ਡਿਲੀਟ ਕਰ ਦੂੰਗਾ। 3/2 ਇੱਥੇ ਅਗਰ -8 ਹੈ ਇਹਦਾ ਮਤਲਬ ਹੁੰਦਾ ਵਾ 2/3 ਇਹਦੀ ਪਾਵਰ 8। -8 ਨੂੰ +8 ਕਰਤਾ, ਇਹਨੂੰ ਅਸੀਂ ਇਨਵਰਸ ਕਰ ਦਿੱਤਾ, ਸਮਝ ਗਏ। ਹੁਣ ਮੈਂ ਸਿੱਧਾ ਪੋਜ਼ਿਟਿਵ 'ਚ ਹੀ ਲਿਖੂੰਗਾ, ਜਿੱਦਾਂ ਕਿ ਇਹ ਲਿਖਿਆ 3/2, ਮੈਂ ਇੱਥੇ ਲਿਖ ਦਿੰਦਾ 2/3 ਇਹਦੀ ਪਾਵਰ ਕਿੰਨੀ ਹੈ 8। ਅੱਗੇ ਮੇਰੇ ਕੋਲ ਹੈ 2/3 ਦਾ ਪਾਵਰ 5 ਨੈਗੇਟਿਵ ਹੈ, ਮੈਂ ਇੱਥੇ ਲਿਖ ਦੂੰਗਾ 3/2 ਇਹਦੀ ਪਾਵਰ ਕਿੰਨੀ ਆਊਗੀ ਸਾਡੇ ਕੋਲ 5 ਆਊਗੀ। ਠੀਕ ਹੈ ਜੀ, ਸਮਝ ਗਏ। ਹੁਣ ਨੈਕਸਟ ਜਿਹੜਾ ਸਾਡੇ ਕੋਲ ਹੈ ਉਹਦੇ ਵਿੱਚ ਕੀ ਹੈ 1/7 ਦੀ ਪਾਵਰ -3 ਹੈ, ਤਾਂ ਮੈਂ ਲਿਖ ਸਕਦਾ ਵਾਂ ਕਿ 7 ਦੀ ਪਾਵਰ ਜਿਹੜੀ ਹੈ ਉਹ ਕਿੰਨੀ ਹੈ 3 ਹੈ। 7 ਦੀ ਪਾਵਰ ਕਿੰਨੀ ਹੈ ਸਾਡੇ ਕੋਲ 3 ਹੈਗੀ ਹੈ। ਠੀਕ ਹੈ ਜੀ। ਸੋ 3/2 ਨੂੰ ਆਪਾਂ ਲਿਖਤਾ 2/3, 8 ਦੀ ਪਾਵਰ 2/3 ਨੂੰ ਅਸੀਂ ਲਿਖ ਦਿੱਤਾ 3/2, 5 ਦੀ ਪਾਵਰ ਤੇ 1/7 ਦੀ ਪਾਵਰ ਕਿੰਨੀ ਆ ਗਈ 3, ਤੇ ਇਹਦੇ ਇੱਥੇ ਕਿੰਨੀ ਹੈਗੀ ਪਾਵਰ -8। ਹੁਣ -8 ਨੂੰ ਅਗਰ +8 ਕਰਨਾ ਹੋਵੇ, ਧਿਆਨ ਨਾਲ ਸੁਣਿਓ, -8 ਨੂੰ ਅਗਰ +8 ਕਰਨਾ ਹੈ ਤਾਂ ਮੈਨੂੰ ਫਿਰ ਪਾਵਰਾਂ ਇਨਵਰਸ ਕਰਨੀਆਂ ਪਊਗੀਆਂ। ਕੀ ਕਰਨਾ ਪਊਗੀਆਂ, ਪਾਵਰਾਂ ਜਿਹੜੀਆਂ ਵਾ ਉਹ ਇਨਵਰਸ ਕਰਨੀਆਂ ਪਊਗੀਆਂ। ਜਾਂ ਤਾਂ ਤੁਸੀਂ ਇਹਨੂੰ ਸੋਲਵ ਕਰ ਲਓ, ਜਾਂ ਤਾਂ ਕੀ ਹੈ ਤੁਸੀਂ ਇਹਨੂੰ ਸੋਲਵ ਕਰਕੇ ਬਾਅਦ ਜਿੱਦਾਂ ਕਿ ਦੇਖੋ ਇੱਥੇ ਮੈਂ ਲਿਖ ਸਕਦਾ ਕਿ 2 ਦੀ ਪਾਵਰ 8 ਹੈ, 3 ਦੀ ਪਾਵਰ ਵੀ 8 ਹੈ, ਇਹ ਵੀ ਇੱਕ ਇੰਡੈਕਸ ਲਾਅ ਹੈ, ਇਨਟੂ 3 ਦੀ ਪਾਵਰ 5 ਹੈ ਤੇ 2 ਦੀ ਪਾਵਰ ਵੀ ਕੀ ਹੈ 5, ਇੱਥੇ ਕੀ ਆ ਗਿਆ 7 ਦੀ ਪਾਵਰ 3। ਹੁਣ ਧਿਆਨ ਨਾਲ ਦੇਖੋ ਅਸੀਂ ਕੀ ਕਰ ਸਕਦੇ ਹਾਂ, ਜਿਹੜੀਆਂ ਪਾਵਰ 2 ਦੀ ਪਾਵਰ 5 ਨੂੰ ਕੱਟ ਕਰਾਂਗੇ ਤੇ ਇੱਥੇ 5 ਘਟਾਵਾਂਗੇ, 5 ਘਟਾ ਕੇ ਸਾਡੇ ਕੋਲ ਕੀ ਆਊਗਾ 3। ਸੋ ਮੈਂ ਕੀ ਲਿਖ ਦੂੰਗਾ 2 ਦੀ ਪਾਵਰ ਬਚ ਗਈ ਸਾਡੇ ਕੋਲ ਸਿਰਫ 3। ਹੁਣ 3 ਦੀ ਪਾਵਰ 5 ਇੱਥੇ ਕੱਟ ਕਰੂੰਗਾ ਤਾਂ ਇੱਥੇ ਘਟ ਜਾਊਗੀ, ਤਾਂ ਮੈਂ ਇੱਥੇ ਲਿਖ ਦੂੰਗਾ ਕਿ 3 ਦੀ ਪਾਵਰ ਵੀ ਕਿੰਨੀ ਆ ਗਈ 3, ਇੱਥੇ 7 ਦੀ ਪਾਵਰ ਵੀ ਕੀ ਆ ਗਈ 3। ਹੁਣ ਸਾਡੇ ਕੋਲ ਇੱਕ ਇੰਡੈਕਸ ਲਾਅ ਹੈ, ਉਹ ਕਹਿੰਦਾ ਵਾ ਕਿ ਅਗਰ ਸਾਰਿਆਂ ਦੀਆਂ ਪਾਵਰਾਂ ਸੇਮ ਹੈ, ਬੇਸ ਭਾਵੇਂ ਅਲੱਗ-ਅਲੱਗ ਹੋਣ, ਸਾਰੇ ਪਾਵਰਾਂ ਸੇਮ ਹੈ, ਤਾਂ ਮੈਂ ਇੱਦਾਂ ਲਿਖ ਸਕਦਾ ਵਾਂ 7 × 2 14/3 ਇਹਦੀ ਪਾਵਰ ਕਿੰਨੀ ਆ ਜਾਊਗੀ 3, ਤੇ ਸਾਡੇ ਕੋਲ ਇਹਦੀ ਪਾਵਰ ਕਿੰਨੀ ਹੈਗੀ ਹੈ -8 ਹੈ। ਠੀਕ ਹੈ। 8 ਨੂੰ 3 ਨਾਲ ਕਰਾਂਗੇ ਤਾਂ ਕਿੰਨਾ ਆ ਗਿਆ 24। ਧਿਆਨ ਨਾਲ ਦੇਖੋ 14/3 ਇੱਥੇ ਸਾਡੇ ਕੋਲ ਪਾਵਰ ਆ ਜਾਊਗੀ, ਇਹ ਮਲਟੀਪਲਾਈ ਹੋ ਜਾਂਦੀ ਹੈ, ਇਹ ਵੀ ਇੰਡੈਕਸ ਲਾਅ ਹੈ ਕਿ ਇਹ ਪਾਵਰਸ ਮਲਟੀਪਲਾਈ ਹੋ ਜਾਂਦੀਆਂ, 8 ਦੀ 24। ਹੁਣ ਸਾਡੇ ਕੋਲ ਮਾਈਨਸ ਵਾਲਾ ਕੋਈ ਆਪਸ਼ਨ ਨਹੀਂ ਹੈ, ਸੋ ਇਹਨੂੰ ਪੋਜ਼ਿਟਿਵ ਬਣਾਉਣ ਲਈ ਇਹਨੂੰ ਇਨਵਰਸ ਕਰ ਦਾਂਗੇ 3/14 ਇਹਦੀ ਪਾਵਰ ਕਿੰਨੀ ਆ ਗਈ ਸਾਡੇ ਕੋਲ 24। ਕਿੰਨੀ ਆ ਗਈ 24। ਹੁਣ ਤੁਸੀਂ ਦੇਖ ਲਓ 3/14 ਉਹਦੀ ਪਾਵਰ 24 ਜਿਹੜੀ ਹੈ ਸਾਡੇ ਕੋਲ ਚੌਥਾ ਆਪਸ਼ਨ ਹੈ। ਠੀਕ ਹੈ ਜੀ। ਤਾਂ ਤੁਸੀਂ ਆਪਣੇ ਹਿਸਾਬ ਦੇ ਨਾਲ ਇਹਨੂੰ ਕਰ ਸਕਦੇ ਹੋ ਕੁਐਸਚਨ ਨੂੰ, ਬਸ ਤੁਹਾਨੂੰ ਬੇਸਿਕ ਇੰਡੈਕਸ ਲਾਅ ਪਤਾ ਹੋਣੇ ਚਾਹੀਦੇ, ਛੋਟੀ ਕਲਾਸਾਂ 'ਚ ਕਰਾਏ ਜਾਂਦੇ ਆ। ਸਟਿਲ ਅਗਰ ਤੁਸੀਂ ਭੁੱਲ ਗਏ ਹੋ ਤਾਂ ਇੰਡੈਕਸ ਲਾਅ ਦੀ ਜਿਹੜੀ ਕਲਾਸ ਹੈ ਉਹ ਤੁਸੀਂ ਅਟੈਂਡ ਕਰ ਸਕਦੇ ਹੋ, ਉਹਦੇ ਵਿੱਚ ਸਾਰੇ ਦੇ ਸਾਰੇ ਕਨਸੈਪਟ ਸਮਝਾਏ ਜਾਂਦੇ ਆ। ਇੰਡੈਕਸ ਲਾਅ ਤੁਹਾਡੇ ਕਾਂਸਟੇਬਲ ਦੇ 24 ਤੇ 25 ਦੋਨਾਂ ਦੇ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਵਾ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ 'ਚ ਕਹਿ ਰਿਹਾ ਵਾ ਪ੍ਰੋਫਿਟ ਐਂਡ ਲਾਸ ਦਾ ਕੁਐਸਚਨ ਹੈ। ਉਹ ਕਹਿੰਦਾ ਕਿ ਸ਼ਾਪਕੀਪਰ ਨੇ ਇੱਕ ਆਰਟੀਕਲ ਖਰੀਦੀ, ਕਾਸਟ ਪ੍ਰਾਈਸ ਸਾਡਾ ਕਿੰਨਾ 1320। ਉਹ ਕਹਿੰਦਾ ਉਹ ਕਿੰਨੇ ਦੀ ਵੇਚੇ ਤਾਂ ਜੋ ਉਹਨੂੰ 20% ਦਾ ਪ੍ਰੋਫਿਟ ਹੋ ਜਾਏ।
ਕੋਸਟ ਪ੍ਰਾਈਸ ਦੇ ਵਿੱਚ ਪ੍ਰੋਫਿਟ ਐਂਡ ਲਾਸ ਦੇ ਵਿੱਚ ਜਿਹੜਾ ਕੋਸਟ ਪ੍ਰਾਈਸ ਹੁੰਦਾ ਨਾ ਇਹ 100% ਹੁੰਦਾ ਵਾ। ਅਗਰ 20% ਦਾ, ਉਹ ਕਹਿੰਦਾ ਕਿੰਨੇ ਦੀ ਵੇਚੇ, 20% ਦਾ ਪ੍ਰੋਫਿਟ ਕਮਾਉਣਾ ਵਾ ਤਾਂ ਮੈਨੂੰ 120% ਦੀ ਵੈਲਿਊ ਪਤਾ ਹੋਣੀ ਚਾਹੀਦੀ ਆ। 100% ਦੀ ਵੈਲਿਊ ਦਿੱਤੀ ਹੋਈ ਹੈ, 120 ਦੀ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਹੁਣ ਜਦੋਂ ਅਸੀਂ ਤੁਹਾਨੂੰ ਕਰਵਾਉਂਦੇ ਆ ਆਪਾਂ ਇਹਨੂੰ ਰੇਸ਼ੋ ਦੇ ਵਿੱਚ ਕਰਾਉਂਦੇ ਆ। ਦੇਖੋ 100% ਦੀ ਵੈਲਿਊ ਤੁਹਾਨੂੰ ਦਿੱਤੀ ਹੋਈ ਹੈ, 120% ਦੀ ਵੈਲਿਊ ਦੱਸੋ ਕਿੰਨੀ ਹੋਊਗੀ। ਪਰਸੈਂਟੇਜ ਨਾਲ ਪਰਸੈਂਟ ਕੱਟ ਗਿਆ, 0 ਨਾਲ 0 ਕੱਟ ਗਿਆ, ਇੱਥੇ ਆਇਆ 5:6। ਇਹਦਾ ਮਤਲਬ ਹੈ ਕਿ ਰੇਸ਼ੋ ਦੇ 5 ਪੁਆਇੰਟਸ ਦੀ ਵੈਲਿਊ ਦਿੱਤੀ ਹੋਈ ਹੈ 1320 ਤੇ 6 ਪੁਆਇੰਟਸ ਦੀ ਵੈਲਿਊ ਦੱਸੋ ਕਿੰਨੀ ਹੋਊਗੀ। ਠੀਕ ਹੈ, ਅਗਰ ਕੰਪਲੀਕੇਟ ਇਹਨੂੰ ਪਰ ਨਹੀਂ ਕਰਨਾ, ਆਪਾਂ ਚਾਹੁੰਦੇ ਕਿ ਨਹੀਂ ਆਹ ਚੀਜ਼ ਨਹੀਂ ਸਿੱਖਣੀ ਕਿਉਂਕਿ ਆਹ ਚੀਜ਼ ਕੀ ਹੁੰਦੀ ਆ ਹੋਰ ਵੀ ਚੀਜ਼ਾਂ 'ਚ ਕੰਮ ਆਉਂਦੀ ਆ, ਤਾਂ ਤੁਸੀਂ ਸਿੰਪਲ ਇਹ ਕਰ ਸਕਦੇ ਹੋ। ਧਿਆਨ ਨਾਲ ਦੇਖੋ, ਸਿੰਪਲ ਕੀ ਕਰ ਸਕਦੇ ਆ, ਜਿੱਦਾਂ ਕਿ ਦੁਕਾਨਦਾਰ ਕਰਦਾ ਵਾ ਕਿ ਮੈਨੂੰ 1320 ਰੁਪਏ ਚੀਜ਼ ਆਈ, ਮੈਂ 20% ਦੇ ਪ੍ਰੋਫਿਟ ਤੇ ਵੇਚ ਦੇਣੀ ਹੈ। ਇਸ ਨੰਬਰ ਦਾ 10% ਹੁੰਦਾ 132, ਇਸ ਨੰਬਰ ਦਾ 10% ਕਿੰਨਾ ਹੁੰਦਾ 132, ਮੈਂ 20% ਕਮਾਉਣਾ ਵਾ। ਸੋ 132 ਇੱਕ ਵਾਰ, 132 ਇੱਕ ਵਾਰ, ਇਹ ਹੋ ਗਿਆ 20%। ਇਹਨੂੰ ਪਲੱਸ ਕਰ ਦਿਓ, ਤੁਹਾਡੇ ਕੋਲ ਸੈਲਿੰਗ ਪ੍ਰਾਈਸ, ਵੇਚਣ ਵਾਲਾ ਪ੍ਰਾਈਸ ਆ ਜਾਊਗਾ 4। ਇੱਥੇ ਆ ਗਿਆ ਸਾਡੇ ਕੋਲ 6 ਤੇ 8, ਇੱਥੇ ਆ ਗਿਆ 5, 1584 ਸਾਡਾ ਆਨਸਰ ਹੈ ਅਗਰ ਤੁਸੀਂ ਨਹੀਂ ਦੂਸਰੇ ਕਨਸੈਪਟ 'ਚ ਜਾਣਾ। ਠੀਕ ਹੈ ਜੀ, ਸੋ ਇਹਦੇ ਵਿੱਚ ਕੀ ਹੈ, ਇਹ ਹੈਗਾ 100% ਦੀ ਵੈਲਿਊ, ਠੀਕ ਹੈ, ਇਹ ਹੈਗੀ 10% ਦੀ ਵੈਲਿਊ ਤੇ ਇਹ ਹੈਗੀ 10% ਦੀ ਵੈਲਿਊ। ਟੋਟਲ ਕਿੰਨੀ ਹੋ ਗਈ 120% ਦੀ ਵੈਲਿਊ 20% ਦੇ ਪ੍ਰੋਫਿਟ ਤੋਂ ਬਾਅਦ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਕਹਿੰਦਾ ਕਿ ਇੱਕ ਟੈਸਟ ਹੋਇਆ, B ਦੇ 58 ਨੰਬਰ ਆਏ। ਇੱਕ ਟੈਸਟ ਹੋਇਆ, ਉਹਦੇ ਵਿੱਚ B ਦੇ ਕਿੰਨੇ ਨੰਬਰ ਆ ਗਏ, 58 ਨੰਬਰ ਆ ਗਏ। ਵਾਈਲ A got 80 ਮਾਰਕਸ, ਵਾਈਲ A got 80 ਮਾਰਕਸ ਔਰ 80 ਮਾਰਕਸ। ਸੋ A ਦੇ 80 ਨੰਬਰ ਆਏ, ਕਿੰਨੇ ਆਏ 80 ਨੰਬਰ, B ਦੇ ਕਿੰਨੇ ਆ ਗਏ 58 ਨੰਬਰ। ਉਹ ਕਹਿੰਦਾ what percentage of A's marks was B's marks, what percentage of A's marks was B's marks। ਉਹ ਕਹਿੰਦਾ ਕਿ A ਦੇ ਮੁਕਾਬਲੇ B ਦੇ ਕਿੰਨੇ ਪਰਸੈਂਟ ਆਏ, ਆ ਪੁੱਛਿਆ ਹੋਇਆ ਵਾ। ਅਗਰ A ਦੇ ਕਹਿੰਦਾ ਆਪਾਂ ਮੰਨ ਲਈਏ 80 ਨੰਬਰ ਹੈ ਤਾਂ B ਦੇ ਉਹਦੇ ਹਿਸਾਬ ਨਾਲ ਪਰਸੈਂਟੇਜ ਕਿੰਨੀ ਆਈ। ਸੋ ਮੈਨੂੰ ਕੀ ਕਰਨਾ ਵਾ 58/80 ਕੱਢਣਾ ਵਾ, ਕੀ ਕਰਨਾ ਵਾ 58/80। ਠੀਕ ਹੈ ਜੀ, ਸੋ ਇਹਨੂੰ ਅਗਰ ਮੈਂ 100 ਨਾਲ ਮਲਟੀਪਲਾਈ ਕਰਾਂ, ਠੀਕ ਹੈ, ਧਿਆਨ ਨਾਲ ਅਗਰ ਦੇਖੋ ਇੱਥੇ ਪੁੱਛਿਆ ਕੀ ਹੋਇਆ B/A ਕੱਢਿਆ ਵਾ ਮੈਂ, ਕੀ ਕੱਢਿਆ B/A। A ਦੇ ਕਿੰਨੇ ਪਰਸੈਂਟ B ਦੇ ਨੰਬਰ ਹੈ A ਦੇ ਮੁਕਾਬਲੇ। ਠੀਕ ਹੈ, ਸੋ ਇੱਥੇ ਇਹ 0 ਨਾਲ 0 ਕੈਂਸਲ ਹੋ ਗਿਆ, ਇੱਥੇ ਮੇਰੇ ਕੋਲ ਆ ਜਾਊਗਾ 5, ਇੱਥੇ ਕਿੰਨਾ ਆ ਗਿਆ ਸਾਡੇ ਕੋਲ 4, ਇੱਥੇ ਆ ਜਾਊਗਾ 2 ਤੇ ਇੱਥੇ ਆ ਜਾਊਗਾ ਸਾਡੇ ਕੋਲ ਕਿੰਨਾ 29। ਠੀਕ ਹੈ, ਹੁਣ 29 × 5 ਹੁੰਦਾ ਵਾ 145, ਇਹਨੂੰ ਕਰਾਂਗੇ 2 ਨਾਲ ਡਿਵਾਈਡ, ਸਾਡੇ ਕੋਲ ਆ ਜਾਣਾ ਵਾ 72.5%। ਕੀ ਆ ਜਾਊਗਾ 72.5%, ਜੋ ਕਿ ਡੀ ਆਪਸ਼ਨ। ਠੀਕ ਹੈ ਜੀ, ਸੋ ਤੁਹਾਨੂੰ ਮੈਂ ਕਹਿ ਰਿਹਾ ਕਿ ਜੋ ਪੇਪਰ ਆਇਆ ਸੀਗਾ ਉਹ ਰੇਂਜ ਦੇ ਵਿੱਚ ਹੀ ਸੀਗਾ। 18 ਕੁਐਸਚਨ ਜਿਹੜੇ ਸੀਗੇ ਉਹ ਬਿਲਕੁਲ ਈਜ਼ੀ ਸੀਗੇ। ਲਾਸਟ ਦੇ 1-2 ਕੁਐਸਚਨਸ ਆਪਾਂ ਦੇਖਾਂਗੇ, ਹਾਲਾਂਕਿ ਉਹ ਵੀ ਜਿਹਨੂੰ ਕੈਲਕੂਲੇਸ਼ਨ ਆਉਂਦੀ ਹੈ ਉਹਨੇ ਉਹ ਵੀ ਕੁਐਸਚਨ ਕੀਤੇ। ਸਿੰਪਲੀਫਾਈ ਕਰਨਾ ਵਾ, ਇਹਨੂੰ ਸੋਲਵ ਕਰਨਾ ਵਾ ਆ ਚੀਜ਼ ਨੂੰ। ਠੀਕ ਹੈ, ਇਹਦਾ ਕੀ ਆਨਸਰ ਆਊਗਾ, ਧਿਆਨ ਨਾਲ ਦੇਖੋ। ਇੱਥੇ ਕਿੰਨਾ 5 ਤੇ 2 7, 5 ਤੇ 2 7, 7 ਦੇ ਵਿੱਚੋਂ 7 ਗਏ ਤਾਂ ਕਿੰਨੇ ਆ ਜਾਊਗੇ 0, ਕਿੰਨਾ ਆ ਗਿਆ 0। ਇੱਥੇ 3 ਚੋਂ 0 ਘਟਾਵਾਂਗੇ ਤਾਂ 3 ਆ ਜਾਊਗਾ, ਇੱਥੇ ਆ ਗਿਆ 24, 24 ਚੋਂ 3 ਘਟਾਵਾਂਗੇ ਤਾਂ ਕਿੰਨਾ ਆ ਜਾਊਗਾ 21 ਆ ਜਾਊਗਾ। ਸਾਡਾ ਆਨਸਰ ਕਿੰਨਾ ਆਊਗਾ 21। ਠੀਕ ਹੈ, ਬੜਾ ਸੌਖਾ ਕੁਐਸਚਨ ਹੈ, ਤੁਹਾਡੇ ਪ੍ਰੀਵੀਅਸ ਈਅਰ ਦਾ ਕੁਐਸਚਨ ਹੈ। ਠੀਕ ਹੈ, ਕੱਟ ਆਫ ਘਟ ਜਾਣ ਦਾ ਇੱਕ ਆ ਵੀ ਕਾਰਨ ਹੈ ਕਿ ਕੁਐਸਚਨ ਕਈ ਬਹੁਤ ਈਜ਼ੀ ਹੈ। ਠੀਕ ਹੈ ਜੀ, ਚਲੋ ਨੈਕਸਟ ਦੇਖਦੇ ਹਾਂ। ਕਿਰਨ ਬੌਟ ਅ ਸਮ ਆਫ 28,000 ਰੁਪਇਆ। ਕਿਰਨ ਨੇ ਸਧਾਰਨ ਵਿਆਜ ਤੇ, ਠੀਕ ਹੈ, ਸਿੰਪਲ ਇੰਟਰਸਟ ਤੇ ਪੈਸੇ ਬੋਰੋ ਕੀਤੇ। ਪ੍ਰਿੰਸੀਪਲ ਕਿੰਨਾ ਕੀਤਾ 28,000 ਰੁਪਇਆ ਉਧਾਰ ਤੇ ਚੱਕਿਆ ਸਧਾਰਨ ਵਿਆਜ ਤੇ। ਠੀਕ ਹੈ, ਸਿੰਪਲ ਇੰਟਰਸਟ ਤੇ ਕਿੰਨੇ ਸਾਲਾਂ ਲਈ, ਟਾਈਮ ਸੀਗਾ ਸਾਡੇ ਕੋਲ 2 ਸਾਲ। ਟਾਈਮ ਕਿੰਨਾ ਸੀਗਾ ਸਾਡੇ ਕੋਲ 2 ਸਾਲ। ਕਹਿੰਦਾ ਉਹਨੇ ਇੰਟਰਸਟ ਪੇ ਕੀਤਾ 3500 ਰੁਪਇਆ। ਵਿਆਜ ਕਿੰਨਾ ਵਾ, ਸਿੰਪਲ ਇੰਟਰਸਟ ਕਿੰਨਾ ਵਾ 3500 ਰੁਪਇਆ। ਧਿਆਨ ਨਾਲ ਦੇਖੋ 3500। ਔਰ ਰੇਟ ਆਫ ਇੰਟਰਸਟ ਵਿਆਜ ਦਰ ਕਿੰਨੀ ਹੈ X%, ਕਿੰਨੀ ਹੈ X%। ਇੱਥੇ ਧਿਆਨ ਦੇਣਾ ਵਾ, ਪਰ ਐਨਮ ਸਾਲ ਦੀ ਇੰਨੀ ਹੈ। ਇੱਥੇ ਦਾ ਵਿਆਜ ਮੇਰੇ ਕੋਲ ਆਇਆ ਨਾ 2 ਸਾਲ ਦਾ ਹੈ, 1 ਸਾਲ ਦਾ ਵਿਆਜ ਕਿੰਨਾ ਹੋਊਗਾ 1750। ਤੇ ਮੈਂ ਕੀ ਦੇਖਣਾ ਵਾ, ਮੈਨੂੰ ਪੁੱਛਿਆ ਕਿ ਵਿਆਜ ਦਰ ਕਿੰਨੀ ਆ, ਤਾਂ ਹਰ ਸਾਲ 1750 ਰੁਪਇਆ ਵਿਆਜ ਪੈ ਰਿਹਾ ਵਾ ਕਿਹਦੇ ਉੱਤੇ 2800 ਦੇ ਉੱਤੇ, ਕਿਹਦੇ ਉੱਤੇ 28,000 ਦੇ ਉੱਤੇ, 28,000 ਦੇ ਉੱਤੇ। ਅਸੀਂ ਦੱਸਣਾ ਵਾ ਕਿ ਵਿਆਜ ਦਰ ਕਿੰਨੀ ਆ। ਹੁਣ ਵਿਆਜ ਦਰ ਕੱਢਣ ਲਈ ਕੀ ਕਰਦੇ ਆ, ਦੇਖੋ ਤੁਸੀਂ PRT ਦਾ ਫਾਰਮ, PRT/100 ਵਾਲਾ ਫਾਰਮੂਲਾ ਲਗਾ ਕੇ ਵੀ ਬੱਚੇ ਕਰਦੇ ਆ, ਉਹ ਵੀ ਤਰੀਕਾ ਠੀਕ ਹੈ, ਗਲਤ ਤਰੀਕਾ ਨਹੀਂ ਹੈ। ਪਰ ਅਗਰ ਤੁਹਾਨੂੰ ਸਾਰਾ ਕਨਸੈਪਟ, ਸਾਰਾ ਜੋ ਸਧਾਰਨ ਵਿਆਜ ਤੇ ਚੱਕਰਵਰਤੀ ਵਿਆਜ ਦਾ ਅਗਰ ਤੁਹਾਨੂੰ ਕਨਸੈਪਟ ਸਮਝ ਆ ਗਿਆ, ਫਿਰ ਤੁਹਾਨੂੰ ਉਹ PRT/100 ਲਗਾਉਣ ਦੀ ਜਾਂ ਫਿਰ ਕੰਪਾਊਂਡ ਇੰਟਰਸਟ ਦੇ ਫਾਰਮੂਲੇ ਲਗਾਉਣ ਦੀ ਲੋੜ ਨਹੀਂ ਪੈਂਦੀ। ਸਿੱਧਾ ਕੀ ਕਹਿ ਰਿਹਾ ਵਾ 1750 ਰੁਪਇਆ ਵਿਆਜ ਹੈ। ਮੰਨ ਲਓ ਮੈਂ 28,000 ਰੁਪਇਆ ਲਿਆ ਸੀਗਾ ਤੇ ਹਰ ਸਾਲ ਮੇਰੇ ਕੋਲ 1750 ਰੁਪਏ ਵਿਆਜ ਲੈ ਰਿਹਾ ਵਾ। ਵਿਆਜ ਦਰ ਕਿੰਨੀ ਹੋਊਗੀ 1750 ਜਿਹੜਾ ਵਾ 28,000 ਦਾ ਕਿੰਨਾ ਪਰਸੈਂਟ ਬਣਦਾ ਵਾ, ਬਸ ਆਹੀ ਪੁੱਛਿਆ ਵਾ। 1 2
1 2 ਇੱਥੇ 0 ਨਾਲ 0 ਕੱਟ ਗਿਆ। ਠੀਕ ਹੈ ਜੀ। ਸੋ ਸਾਡੇ ਕੋਲ ਆ ਗਿਆ 175/28 175/28। ਠੀਕ ਹੈ ਜੀ। 140 140 6 ਦੇ ਟੇਬਲ 'ਚ ਕਟਿੰਗ ਹੋਊਗੀ ਸਾਡੀ। ਠੀਕ ਹੈ। ਇਹ 'ਚ ਕੀ ਹੈ 28 ਨੂੰ 5 ਨਾਲ ਕਰਾਂਗੇ ਤੇ 140 140 ਦੇ ਵਿੱਚ 28 ਪਾਵਾਂਗੇ ਤੇ 168। ਸੋ 6 ਦੇ ਟੇਬਲ 'ਚ ਇੱਥੇ ਕਟਿੰਗ ਹੋਊਗੀ। ਕਿਹੜੇ ਟੇਬਲ 'ਚ 6 ਦੇ ਟੇਬਲ ਦੇ ਵਿੱਚ। ਔਰ 6 ਵਾਲਾ ਸਾਡੇ ਕੋਲ ਇੱਕੋ ਹੀ ਆਂਸਰ ਹੈ। 6 ਵਾਲਾ ਕੀ ਹੈ ਸਾਡੇ ਕੋਲ ਇੱਕੋ ਹੀ ਆਂਸਰ ਹੈ। ਆ ਵੀ ਗੱਲ ਧਿਆਨ ਰੱਖਣੀ ਹੁੰਦੀ ਪੇਪਰ ਦੇ ਵਿੱਚ ਸਾਰਾ ਕੁਐਸਚਨ ਸੋਲਵ ਨਹੀਂ ਕਰਨਾ ਹੁੰਦਾ। ਮੈਂ ਤਾਂ ਬਸ ਹਿੰਟ ਪਕੜਨਾ ਵਾ ਕਿ ਸਾਡਾ ਕਿਹੜਾ ਆਂਸਰ ਹੋ ਸਕਦਾ ਵਾ। 6 ਵਾਲਾ ਆਂਸਰ ਹੋਊਗਾ ਬਸ ਤੁਹਾਡੀ ਕਟਿੰਗ ਸਹੀ ਹੋਣੀ ਚਾਹੀਦੀ ਆ। 6 ਵਾਲਾ ਆਂਸਰ ਸਾਡੇ ਕੋਲ ਇੱਕੋ ਹੀ ਹੈ 6.25। ਠੀਕ ਹੈ। ਅਗਰ ਤੁਸੀਂ ਧਿਆਨ ਨਾਲ ਦੇਖੋ ਤਾਂ 175 ਜਿਹੜਾ ਵਾ 28 ਦੇ ਟੇਬਲ 'ਚ ਅਗਰ ਮੈਂ ਕੱਟ ਕਰੂੰਗਾ ਤਾਂ 6 ਦੇ ਟੇਬਲ 'ਚ ਕਿੰਨਾ ਆ ਜਾਣਾ 168। ਬਚਿਆ ਕਿੰਨਾ 7। ਇੱਥੇ ਕਿੰਨਾ ਆ ਗਿਆ 70। 2 ਇੱਥੇ ਆ ਜਾਣਾ 56। ਇੱਥੇ ਕਿੰਨਾ ਆ ਗਿਆ 4 0 40 ਸੌਰੀ 4 ਨਹੀਂ ਇੱਥੇ ਕਿੰਨਾ ਆਊਗਾ ਸਾਡੇ ਕੋਲ 10 ਚੋਂ 6 ਗਏ 4 ਤੇ ਇੱਥੇ ਕਿੰਨਾ ਆ ਗਿਆ 140 ਜੋ ਕਿ 28 ਦੇ 5 ਦੇ ਟੇਬਲ 'ਚ ਜਾਊਗਾ। ਠੀਕ ਹੈ। ਹੁਣ ਇੱਕ ਗੱਲ ਦੇਖੋ ਆ 0 ਤੇ ਆ 0 ਜਿਹੜਾ ਵਾ ਅਸੀਂ ਕੈਰੀ ਕੀਤਾ ਵਾ। ਸਾਡਾ ਆਂਸਰ ਕਿੰਨਾ ਹੋਊਗਾ 6.25%। ਮੈਂ ਤੁਹਾਨੂੰ ਕੀ ਦੱਸ ਰਿਹਾ ਕਿ ਪੂਰਾ ਆਂਸਰ ਨਹੀਂ ਨਿਕਾਲਣਾ ਅਸੀਂ ਸਾਨੂੰ ਜਦੋਂ ਇੱਥੇ 6 ਆ ਗਿਆ 6 ਵਾਲਾ ਇੱਕੋ ਹੀ ਆਪਸ਼ਨ ਹੈ ਬਾਕੀ ਚੀਜ਼ਾਂ ਅਸੀਂ ਨਹੀਂ ਦੇਖਦੇ। ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ 'ਚ ਕਹਿ ਰਿਹਾ ਕਿ ਇੱਕ ਸੁਪਰ ਮਾਰਕੀਟ ਦੇ ਵਿੱਚ 15% ਦਾ ਡਿਸਕਾਊਂਟ ਚੱਲ ਰਿਹਾ ਵਾ। ਠੀਕ ਹੈ। ਜਿਵੇਂ ਮੰਨ ਲਓ ਤਿਉਹਾਰ ਹੈ ਸੁਪਰ ਮਾਰਕੀਟ 'ਚ 15% ਦਾ ਡਿਸਕਾਊਂਟ ਚੱਲ ਰਿਹਾ ਸੀਗਾ ਵਾਸ਼ਿੰਗ ਪਾਊਡਰ ਤੇ ਪਰ ਤਿਉਹਾਰ ਕਰਕੇ 5% ਦਾ ਵਿਆਜ ਹੋਰ ਦਿੱਤਾ ਗਿਆ ਐਡੀਸ਼ਨਲ ਪਰ ਕਿਰੇ ਤੇ ਔਨ ਦਾ ਆਲਰੇਡੀ ਡਿਸਕਾਊਂਟਡ ਪ੍ਰਾਈਸ। ਇਹਦਾ ਮਤਲਬ ਹੁੰਦਾ ਕਿ ਅਗਰ 100 ਰੁਪਏ ਦੀ ਚੀਜ਼ ਦੇ ਉੱਤੇ 15 ਰੁਪਏ ਡਿਸਕਾਊਂਟ ਹੈ 15% ਡਿਸਕਾਊਂਟ ਹੈ ਤਾਂ 15 ਰੁਪਏ ਡਿਸਕਾਊਂਟ ਹੋ ਗਿਆ 85 ਰੁਪਏ। ਹੁਣ ਜਿਹੜਾ 5% ਡਿਸਕਾਊਂਟ ਹੈ ਨਾ ਉਹ 85 ਰੁਪਏ ਦੇ ਉੱਤੇ ਆ। ਜਿਹੜਾ ਡਿਸਕਾਊਂਟ ਹੋਣ ਤੋਂ ਬਾਅਦ ਪ੍ਰਾਈਸ ਆਇਆ ਉਹਦੇ ਤੇ ਡਿਸਕਾਊਂਟ ਹੈ 5%। ਤਾਂ ਤੁਸੀਂ ਬੱਚੇ ਗਲਤੀ ਕੀ ਕਰਦੇ ਆ ਕਿ 5% ਦੇ 15 ਦੇ 5 ਨੂੰ 20% ਕਰ ਦਿੰਦੇ 20% ਨਹੀਂ ਹੈ। ਠੀਕ ਹੈ। ਸਕਸੈਸਿਵ ਪਰਸੈਂਟੇਜ ਦੀ ਕਲਾਸ ਦੇਖੋ PSSB ਦਾ ਕੋਰਸ ਫ੍ਰੀ ਜੋ ਸਟਾਰਟ ਕੀਤਾ ਸੀ ਉਹ 'ਚ ਪਰਸੈਂਟੇਜ ਦੀ ਪਹਿਲੀ ਵੀਡੀਓ ਦੇਖੋ ਉਹ 'ਚ ਮੈਂ ਸਮਝਾਈ ਹੋਈ ਹੈ ਚੀਜ਼ ਪਹਿਲੀ ਦੂਜੀ ਵੀਡੀਓ ਦੇ ਵਿੱਚ। ਇਹਦਾ ਮਤਲਬ ਕੀ ਹੈ ਕਿ ਪਹਿਲਾਂ ਜੋ ਵੀ ਨੰਬਰ ਹੋਊਗਾ ਉੱਤੇ 15% ਡਿਸਕਾਊਂਟ ਹੋਊਗਾ ਫਿਰ ਜੋ ਰੇਟ ਆਊਗਾ ਉੱਤੇ 5% ਡਿਸਕਾਊਂਟ ਹੋਊਗਾ। ਉਹਨੇ ਪੁੱਛਿਆ ਵਾ ਕਿ ਕਸਟਮਰ ਕਿੰਨਾ ਪ੍ਰਾਈਸ ਦਊਗਾ ਅਗਰ ਪ੍ਰਾਈਸ 800 ਰੁਪਇਆ ਵਾ। ਧਿਆਨ ਨਾਲ ਦੇਖੋ 800 ਵਾਲੇ ਪ੍ਰਾਈਸ ਤੇ ਪਹਿਲਾਂ 15% ਦਾ ਡਿਸਕਾਊਂਟ ਹੈ। ਇਹਦਾ 10% ਕਿੰਨਾ ਹੁੰਦਾ 80। 10% ਕਿਸੇ ਨੰਬਰ ਦਾ ਕਿੰਨਾ ਹੁੰਦਾ ਵਾ ਰਾਈਟ ਸਾਈਡ ਤੋਂ ਇੱਕ 0 ਛੱਡ ਕੇ ਡਾਟ ਲਗਾ ਦਿਓ। ਇਹਦਾ 10% ਹੈ ਤਾਂ 5% ਕਿੰਨਾ ਹੋਊਗਾ 10% ਕਿੰਨਾ ਵਾ ਸਾਡੇ ਕੋਲ ਇੱਥੇ ਆ ਗਿਆ 80 ਔਰ 5% ਕਿੰਨਾ ਹੋਊਗਾ ਇਹਦਾ ਅੱਧਾ 40 ਤਾਂ 15% ਦੀ ਵੈਲਿਊ ਕਿੰਨੀ ਆ ਗਈ 120। ਇਹਦਾ ਮਤਲਬ ਪਹਿਲਾਂ ਜੋ ਡਿਸਕਾਊਂਟ ਮੈਨੂੰ ਮਿਲੂਗਾ ਉਹ ਕਿੰਨਾ ਮਿਲੂਗਾ 120। ਇਹ ਮੈਂ ਰੱਬ ਕਰਨ ਲੱਗਾ। ਠੀਕ ਹੈ। 10% ਦੀ ਜਿਹੜੀ ਵੈਲਿਊ ਹੈ ਉਹ ਕਿੰਨੀ ਹੈ 10% ਦੀ ਜਿਹੜੀ ਵੈਲਿਊ ਹੈ ਉਹ 80 ਹੈ ਤੇ 15 ਦੀ ਕਿੰਨੀ ਹੋਗੀ 120। ਅਗਰ ਮੈਂ ਇੱਥੇ 120 ਮਾਈਨਸ ਕਰੂੰਗਾ ਪਹਿਲਾਂ ਤਾਂ ਮੈਨੂੰ ਚੀਜ਼ ਪਾਉਂਗੀ 680 ਦੀ ਪਰ ਫੈਸਟੀਵਲ ਕਰਕੇ ਤਿਉਹਾਰ ਕਰਕੇ 5% ਦਾ ਡਿਸਕਾਊਂਟ ਹੋ ਰਿਹਾ ਹੈ। ਇਹ 10% ਦੀ ਵੈਲਿਊ ਕਿੰਨੀ ਹੈ 68। ਮੈਨੂੰ 5% ਦੀ ਵੈਲਿਊ ਕੱਢਣੀ ਜੋ ਕਿ ਕਿੰਨੀ ਹੋਗੀ 34 ਤਾਂ ਮੈਂ ਮਾਈਨਸ ਕੀ ਕਰ ਦੂੰਗਾ 34। ਕੀ ਮਾਈਨਸ ਕਰ ਦਾਂਗੇ 34 ਮਾਈਨਸ ਕਰ ਦਾਂਗੇ। ਹੁਣ ਸਾਡਾ ਆਂਸਰ ਕੀ ਹੋਊਗਾ ਉਹੀ ਚੀਜ਼ ਸਮਝਾ ਰਿਹਾ ਕਿ 10 ਚੋਂ 4 ਗਏ ਤਾਂ ਕਿੰਨੇ ਆ ਗਏ 6। ਹੁਣ 6 ਵਾਲਾ ਸਾਡੇ ਕੋਲ ਇੱਕੋ ਹੀ ਆਪਸ਼ਨ ਹੈ ਜਿਹੜਾ 646 ਹੈ ਹੋਰ ਕੋਈ ਆਂਸਰ ਨਹੀਂ ਹੋ ਸਕਦਾ। 7 ਚੋਂ 3 ਗਏ 4 ਇੱਥੇ ਆ ਗਿਆ 646। ਠੀਕ ਹੈ। ਤੁਸੀਂ ਪੂਰਾ ਆਂਸਰ ਨਹੀਂ ਨਿਕਾਲਣਾ ਹੁੰਦਾ। ਠੀਕ ਹੈ। ਚਲੋ ਨੈਕਸਟ ਦੇਖੋ ਐਵਰੇਜ ਦਾ ਕੁਐਸਚਨ ਆ ਗਿਆ। ਉਹ ਕਹਿੰਦਾ ਕਿ ਔਸਤ ਦ ਐਵਰੇਜ ਇਜ਼ ਆਫ 3% 35 ਸਾਲ 3 ਪਰਸਨ ਹੈ ਉਹਨਾਂ ਦੀ ਜਿਹੜੀ ਐਵਰੇਜ ਹੈ ਇਹ ਕੀ n ਹੈ 3% ਜਿਹੜੀ ਐਵਰੇਜ ਹੈ ਉਹ ਕਿੰਨੀ ਹੈ 35 ਤਾਂ ਇਹਨਾਂ ਦੀ ਉਮਰ ਦਾ ਜੋੜ ਕਿੰਨਾ ਹੋਊਗਾ ਸਮ ਕਿੰਨਾ ਹੋਊਗਾ 35 ਨੂੰ ਅਗਰ ਮੈਂ 3 ਨਾਲ ਕੀਤਾ ਤਾਂ ਕਿੰਨਾ ਆ ਗਿਆ 105। ਠੀਕ ਹੈ। 105 ਆ ਗਿਆ ਸਮ ਜੋੜ। ਕਹਿੰਦਾ ਉਹਨਾਂ ਦੀ ਏਜਸ ਦੀ ਜਿਹੜੀ ਪ੍ਰਪੋਰਸ਼ਨ ਹੈ ਉਹ 3:5:7। ਇਹਦਾ ਮਤਲਬ ਕੀ ਹੈ ਕਿ ਅਗਰ ਇਹਦੀ ਉਮਰ 3 ਸਾਲ ਹੋਊਗੀ ਤਾਂ ਇਹਦੀ 5 ਹੋਊਗੀ ਤਾਂ ਇਹਦੀ 7। ਅਗਰ ਇਹਨੂੰ ਮੈਂ ਡਬਲ ਕਰਕੇ 6 ਲਿਖ ਦਵਾਂ ਇਹਦੀ ਡਬਲ ਕਰਕੇ 10 ਹੋ ਜਾਊਗੀ ਡਬਲ ਕਰਕੇ 14। ਅਸੀਂ ਕੀ ਦੇਖਣਾ ਹੁੰਦਾ ਕਿ ਜਿੰਨੀ ਰੇਸ਼ੋ ਦਿੱਤੀ ਹੋਈ ਹੈ 3:5:7 ਇਹਨਾਂ ਨੂੰ ਪਲੱਸ ਕਰ ਲਓ 7 5 12 3 15। ਸੋ ਮੈਂ ਕਹਿੰਦਾ ਕਿ ਜੋ ਰੇਸ਼ੋ ਦੇ ਸਾਡੇ ਕੋਲ 15 ਪੁਆਇੰਟ ਹੈ ਉਹਦੀ ਵੈਲਿਊ ਐਕਚੁਅਲ ਦੇ ਵਿੱਚ ਟੋਟਲ ਕਰਕੇ ਕਿੰਨੀ ਹੈ 105 ਹੈ। ਜਿਹੜੀ ਰੇਸ਼ੋ ਹੈ ਇਹਨਾਂ ਦਾ ਅਗਰ ਮੈਂ ਸਮ ਕਰਾਂ ਤਾਂ ਐਕਚੁਅਲ ਸਮ 105 ਦੇ ਬਰਾਬਰ ਹੈ। ਤਾਂ ਦੱਸੋ ਇੱਕ ਪੁਆਇੰਟ ਦੀ ਵੈਲਿਊ ਕਿੰਨੀ ਹੋਊਗੀ 15 ਦੇ 7 ਦੇ ਟੇਬਲ 'ਚ ਆਉਂਦਾ 105। ਸੋ ਇੱਕ ਦੀ ਵੈਲਿਊ ਕਿੰਨੀ ਹੋ ਜਾਊਗੀ 7। ਇੱਕ ਦੀ ਵੈਲਿਊ ਕਿੰਨੀ ਹੋ ਜਾਊਗੀ 7। 105 ਨੂੰ 15 ਨਾਲ ਡਿਵਾਈਡ ਕਰਦਾ ਯੂਨਿਟਰੀ ਮੈਥਡ ਛੋਟੀ ਕਲਾਸਾਂ 'ਚ ਪੜਿਆ ਵਾ। ਉਹਨੂੰ ਪੁੱਛ ਰਿਹਾ ਵਾ ਕਿ ਯੰਗੈਸਟ ਪਰਸਨ ਸਭ ਤੋਂ ਛੋਟੇ ਬੰਦੇ ਦੀ ਉਮਰ ਕਿੰਨੀ ਹੈ। ਸਭ ਤੋਂ ਛੋਟੇ ਬੰਦੇ ਦੀ ਉਮਰ ਰੇਸ਼ੋ ਦੇ ਹਿਸਾਬ ਨਾਲ ਕਿੰਨੀ ਹੈ 3 ਪੁਆਇੰਟਸ ਦੀ ਵੈਲਿਊ ਦੇਖੋ 12 3 15 ਦੀ ਵੈਲਿਊ 105 ਸੀਗੀ 1 ਦੀ 7 ਆ ਗਈ ਤਾਂ 3 ਦੀ ਕਿੰਨੀ ਹੋਊਗੀ 3 ਦੀ ਹੋਊਗੀ 7 × 3 21 ਕਿੰਨੀ ਹੋਊਗੀ 21।
तो साडा आंसर कितना आ गया 21। ठीक है जी, चलो नेक्स्ट क्वेश्चन करते हैं। सो नेक्स्ट क्वेश्चन च कह रहा वा कि 434 ਜਿਹੜੇ ਆ ਸੇਬ ਐਪਲ ਖਰੀਦੇ ਗਏ, ਸੌਰੀ ਵੰਡੇ ਗਏ ਕਿ ਤਿੰਨ ਬੰਦਿਆਂ ਦੇ ਵਿੱਚ, ਵਰੁਣ, ਦਿਵਿਆ ਤੇ ਰਾਘਵ, ਕਿਹੜੀ ਰੇਸ਼ੋ ਦੇ ਵਿੱਚ? ਇਸ ਰੇਸ਼ੋ ਦੇ ਵਿੱਚ। ਹੁਣ ਸਾਨੂੰ ਪਤਾ ਕਿ ਜਿਹੜੀ ਰੇਸ਼ੋ ਹੁੰਦੀ ਹੈ ਨਾ, ਕਦੀ ਵੀ ਫ੍ਰੈਕਸ਼ਨ ਦੀ ਫਾਰਮ 'ਚ ਨਹੀਂ ਹੁੰਦੀ। ਤਾਂ ਅਸੀਂ ਕੀ ਕਰਾਂਗੇ, ਧਿਆਨ ਨਾਲ ਦੇਖੋ, 1/2 1/8 ਤੇ 1/4 ਨੂੰ ਅਸੀਂ ਪ੍ਰੋਪਰ ਰੇਸ਼ੋ ਦੀ ਫਾਰਮ 'ਚ ਲਿਖਾਂਗੇ। ਇਹਦਾ ਐਲਸੀਐਮ ਨਿਕਾਲਾਂਗੇ। ਐਲਸੀਐਮ ਕਿੰਨਾ ਆ ਗਿਆ 8। ਐਲਸੀਐਮ ਦਾ ਮਤਲਬ ਬੜੇ ਸਿੰਪਲ ਜੇ ਸ਼ਬਦਾਂ ਦੇ ਵਿੱਚ ਐਲਸੀਐਮ ਦਾ ਮਤਲਬ ਹੁੰਦਾ ਵਾ ਕਿ ਆਪਾਂ ਨੰਬਰਾਂ ਨੂੰ ਬਰਾਬਰ ਕਰ ਦਿੰਦੇ। ਜਿੱਦਾਂ ਕਿ ਇੱਥੇ ਲਿਖਿਆ 2 8 ਤੇ 4, ਸਾਰਿਆਂ ਨੂੰ 8 ਬਣਾਉਣਾ ਵਾ। ਇਹ ਤਾਂ ਆਲਰੇਡੀ 8 ਹੈ ਤੇ 8 ਰਹਿ ਗਿਆ। ਇਹਨੂੰ 8 ਬਣਾਉਣ ਲਈ ਕੀ ਕਰਾਂਗੇ, 4 ਨਾਲ ਮਲਟੀਪਲਾਈ, ਉੱਪਰ ਵੀ 4 ਨਾਲ ਮਲਟੀਪਲਾਈ, तो ਇੱਥੇ ਕਿੰਨਾ ਆ ਜਾਊਗਾ 4, ਕਿਉਂਕਿ ਇਹ ਰੇਸ਼ੋ ਹੈ। तो मैं ਇੱਥੇ ਰੇਸ਼ੋ ਪਾਤੀ। 8 ਤਾਂ ਪਹਿਲਾਂ ਹੀ 8 ਹੈ, ਉੱਪਰ 1 ਦਾ 1 ਆ ਜਾਊਗਾ। 4 ਨੂੰ ਮੈਂ 2 ਨਾਲ ਮਲਟੀਪਲਾਈ ਕਰੂੰਗਾ ਤਾਂ 8 ਆਊਗਾ, ਉੱਪਰ 2 ਨਾਲ ਕਰਾਂਗੇ ਤਾਂ ਕਿੰਨਾ ਆ ਜਾਊਗਾ 2। ਸੋ ਮੇਰੇ ਕੋਲ ਜੋ ਰੇਸ਼ੋ ਹੈ ਉਹ ਕਿੰਨੀ ਆ ਗਈ 4:1:2। ਰੇਸ਼ੋ ਕਿੰਨੀ ਆ ਗਈ 4:1:2। ਜਿਹੜੇ 434 ਸੇਬ ਹੈ, ਐਪਲ ਹੈ, ਉਹਨੂੰ ਇਸ ਰੇਸ਼ੋ ਦੇ ਵਿੱਚ ਵੰਡਣਾ ਵਾ। ਤਾਂ ਦੱਸੋ ਰਾਘਵ ਨੂੰ ਕਿੰਨੇ ਮਿਲੇ? ਰਾਘਵ ਦਾ ਮਤਲਬ ਹੈ ਸਭ ਤੋਂ ਅਖੀਰ ਵਾਲਾ ਪਰਸਨ, ਵਰੁਣ, ਦਿਵਿਆ ਤੇ ਰਾਘਵ। ਸੋ ਰਾਘਵ ਨੂੰ ਕਿੰਨੇ ਮਿਲੇ 2। ਟੋਟਲ ਕਿੰਨੇ ਹੈ 4 ਤੇ 1 5 ਤੇ 2 7। 7 ਦੀ ਜਿਹੜੀ ਵੈਲਿਊ ਹੈ ਉਹ ਹੈਗੀ 434। 434 1 ਦੀ ਵੈਲਿਊ ਕਿੰਨੀ ਹੋਊਗੀ? 7 ਨੂੰ 6 ਨਾਲ ਕਰਾਂਗੇ ਤਾਂ 42 ਬਚਿਆ 14। 1 ਦੀ ਵੈਲਿਊ 62 ਹੈ। ਤਾਂ ਕਹਿੰਦਾ ਰਾਘਵ ਨੂੰ ਕਿੰਨੇ ਮਿਲੇ? ਰਾਘਵ ਨੂੰ ਮਿਲੇ 2 ਹਿੱਸੇ। ਸੋ ਇਹਦਾ ਡਬਲ ਕਰ ਦਿਓ 124। ਕਿੰਨਾ ਆ ਗਿਆ 124, ਜੋ ਕਿ ਸਾਡਾ ਸੀ ਆਪਸ਼ਨ ਹੈ। ਇੱਥੋਂ ਡਾਇਰੈਕਟ ਵੀ ਹੋ ਜਾਂਦਾ ਵਾ ਕਿ ਮੈਨੂੰ 2 ਹਿੱਸੇ ਮਿਲਨੇ ਆ ਟੋਟਲ 7 ਦੇ ਵਿੱਚੋਂ, 4 5 ਤੋਂ 7, ਔਰ ਕਿੰਨੇ ਨੰਬਰ ਬਣਨੇ ਆ 434। ਏਦਾਂ ਵੀ ਕਰ ਸਕਦੇ ਆ। ਇਹਦਾ ਡਬਲ ਕੀਤਾ ਸਾਡੇ ਕਿੰਨਾ ਆ ਗਿਆ 124। ਗੱਲ ਸੇਮ ਹੈ, ਠੀਕ ਹੈ, ਗੱਲ ਸੇਮ ਹੈਗੀ ਹੈ। ਚਲੋ ਨੈਕਸਟ ਦੇਖਦੇ ਹਾਂ। ਕਹਿੰਦਾ ਇੱਕ ਮਰਚੈਂਟ ਹੈ, ਉਹਦੇ ਕੋਲ 2331 ਕਿਲੋ ਦੀ ਸ਼ੂਗਰ ਹੈ, ਖੰਡ ਹੈ। ਉਹਨੇ ਇਹਦੇ ਚੋਂ ਕੁਝ ਹਿੱਸਾ ਤਾਂ 19% ਦੇ ਮੁਨਾਫੇ 'ਚ, ਪ੍ਰੋਫਿਟ 'ਚ ਵੇਚਤਾ, ਬਾਕੀ ਬਚਿਆ ਹੋਇਆ 40% ਦੀ ਪ੍ਰੋਫਿਟ 'ਤੇ ਵੇਚਤਾ, ਤੇ ਉਹਨੂੰ ਟੋਟਲ 26% ਦਾ ਪ੍ਰੋਫਿਟ ਹੋ ਗਿਆ। ਅਸੀਂ ਦੱਸਣਾ ਵਾ 2331 ਕਿਲੋ ਦੇ ਵਿੱਚੋਂ 40% ਦੇ ਪ੍ਰੋਫਿਟ ਤੇ ਕਿੰਨੀ ਖੰਡ ਜਿਹੜੀ ਹੈ ਉਹ ਵੇਚੀ ਗਈ ਸੀ। ਬੜਾ ਸੌਖਾ ਕੁਐਸਚਨ ਹੈ। ਇਹਦੇ ਵਿੱਚ ਜਿਹੜਾ ਮੈਥਸ ਦਾ ਆਪਾਂ ਕਨਸੈਪਟ ਜਾਂ ਟ੍ਰਿਕ ਲਗਾਉਣਾ ਵਾ ਉਹ ਹੈ ਐਲੀਗੇਸ਼ਨ ਦਾ। ਇਹਦੇ 'ਚ ਕੀ ਕਰਨਾ, ਜਦੋਂ ਵੀ 2 ਹਿੱਸਿਆਂ ਦੇ ਵਿੱਚ ਚੀਜ਼ ਵੰਡੀ ਜਾਂਦੀ ਹੈ ਤਾਂ ਆਪਾਂ ਐਲੀਗੇਸ਼ਨ ਲਗਾਉਂਦੇ ਹਾਂ। ਜਿੱਦਾਂ ਕੀ ਕਹਿੰਦਾ ਪਿਆ ਵਾ, ਇੱਕ ਨੂੰ ਤਾਂ ਆਪਾਂ 19% ਦੇ ਪ੍ਰੋਫਿਟ ਤੇ ਵੇਚਤਾ, ਦੂਜੇ ਨੂੰ ਅਸੀਂ ਵੇਚਤਾ 40% ਦੇ ਪ੍ਰੋਫਿਟ ਤੇ। ਹੁਣ ਸਾਡਾ ਪ੍ਰੋਫਿਟ ਓਵਰਆਲ ਜਿਹੜਾ ਹੁੰਦਾ ਉਹਦੇ ਵਿਚਕਾਰ ਆਉਂਦਾ, ਜੋ ਕਿ ਕਿੰਨਾ ਆ ਗਿਆ 26%। ਐਲੀਗੇਸ਼ਨ ਦਾ ਪਹਿਲੀ ਚੀਜ਼ ਕੀ ਹੈ ਕਿ ਇਹ 3% ਲਿਖ ਲਓ। ਇੱਥੇ ਇੱਕ, ਇੱਥੇ ਦੂਸਰੀ, ਇੱਥੇ ਕੰਬਾਈਨਡ ਲਿਖਣੀ ਹੈ। ਹੁਣ ਆਪਾਂ ਕੀ ਕਰਨਾ, ਧਿਆਨ ਨਾਲ ਦੇਖੋ, ਸੱਜੇ ਪਾਸੇ ਤੋਂ ਇੱਥੋਂ 40 ਦੇ ਵਿੱਚੋਂ 26 ਮਾਈਨਸ ਕਰਾਂਗੇ, 40 ਚੋਂ 26 ਮਾਈਨਸ ਕਰਾਂਗੇ ਤਾਂ ਕਿੰਨਾ ਆ ਗਿਆ 14, ਤੇ 26 ਚੋਂ 19 ਮਾਈਨਸ ਕਰਾਂਗੇ ਤਾਂ ਕਿੰਨਾ ਆ ਗਿਆ 7। 14 ਇੱਥੇ ਰੇਸ਼ੋ ਨਿਕਲ ਕੇ ਆਉਂਦੀ ਹੈ ਕਿ ਇਹ ਰੇਸ਼ੋ ਹੈ 14:7। 14:7 ਨੂੰ 7 ਦੇ ਟੇਬਲ 'ਚ ਕੱਟ ਕਰਾਂਗੇ ਤਾਂ ਕਿੰਨਾ ਆ ਜਾਊਗਾ 2:1। ਇਹਦਾ ਮਤਲਬ ਜਿੰਨੀ ਵੀ ਖੰਡ ਸੀਗੀ ਉਹਦੇ 2 ਤੇ 1 3 ਹਿੱਸੇ ਕੀਤੇ ਗਏ, ਜਿਹਦੇ 'ਚੋਂ 2 ਹਿੱਸੇ 19% ਦੇ ਪ੍ਰੋਫਿਟ ਦੇ ਵੇਚੇ ਗਏ ਤਾਂ ਇੱਕ ਹਿੱਸਾ ਵੇਚਿਆ ਗਿਆ 40% ਦੇ ਪ੍ਰੋਫਿਟ ਤੇ। ਉਹਨੇ ਪੁੱਛਿਆ 40% ਦੇ ਪ੍ਰੋਫਿਟ ਤੇ ਕਿੰਨਾ ਵੇਚਿਆ? ਇੱਕ ਹਿੱਸਾ। ਕਿੰਨਿਆਂ ਚੋਂ? ਟੋਟਲ 3 ਚੋਂ। तो जिन्नी भी खंड चीनी है उन्होंने 3 हिस्से कर दो तो एक हिस्सा 40% ਦੇ ਪ੍ਰੋਫਿਟ ਦੇ ਵੇਚਿਆ ਗਿਆ। ਸੋ ਇੱਥੇ ਆ ਗਿਆ 2 3 3 1। 3 ਦੇ ਟੇਬਲ ਦੇ ਵਿੱਚ 7 ਦੇ ਕਰਾਂਗੇ ਤਾਂ 21 ਆਊਗਾ, ਬਚਿਆ ਕਿੰਨਾ 23। ਫਿਰ 7 ਦੇ ਟੇਬਲ 'ਚ ਕਿੰਨਾ 21 ਆ ਗਿਆ, ਬਚਿਆ ਕਿੰਨਾ 21। ਸਾਡੇ ਕੋਲ ਕਿੰਨਾ ਆ ਜਾਣਾ 7 7 7 777 ਜਿਹੜਾ ਵਾ ਉਹ ਆਂਸਰ ਆ ਜਾਊਗਾ। ठीक है, तो 777 जो है किलो चीनी जो है वो 40% ਦੇ ਪ੍ਰੋਫਿਟ ਦੇ ਵਿੱਚ ਹੀ, ਤੇ ਬਾਕੀ ਕਿੰਨੀ ਹੈ ਚਾਹੇ ਤੁਸੀਂ ਇਹ ਚੋਂ ਮਾਈਨਸ ਕਰ ਦਿਓ ਜਾਂ 2/3 ਕੱਢ ਕੇ ਕਰ ਲਓ। ਟੋਟਲ 3 ਹਿੱਸਿਆਂ ਚੋਂ ਇੱਕ ਸਾਈਡ 2 ਹਿੱਸੇ ਹੈ, ਇੱਕ ਸਾਈਡ 1 ਹਿੱਸਾ ਵਾ। ਠੀਕ ਹੈ ਜੀ, ਚਲੋ ਇਹ ਕੁਐਸਚਨ ਜਿਹੜਾ ਵਾ ਤੁਹਾਡੇ PEET-SSB ਦੇ ਵਿੱਚ ਐਕਸਾਈਜ਼ ਇੰਸਪੈਕਟਰ 'ਚ ਵੀ ਇਦਾਂ ਦਾ ਕੁਐਸਚਨ ਹੀ ਪੁੱਛਿਆ ਗਿਆ, 'ਚ ਐਲੀਗੇਸ਼ਨ ਲਗਾਉਣੀ ਸੀਗੀ। ਉਸ ਤੋਂ ਪਹਿਲਾਂ ਸੀਨੀਅਰ ਅਸਿਸਟੈਂਟ ਦੇ ਵਿੱਚ ਵੀ ਆਹੀ ਕੁਐਸਚਨ ਪੁੱਛਿਆ ਗਿਆ ਸੀਗਾ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਹਿੰਦਾ 100 ਕਸਟਰਡ ਐਪਲਸ ਵਰ ਬੌਟ ਐਟ 1220 ਪਰ 100। ਕਹਿੰਦਾ ਕਿ 100 ਕਸਟਰਡ ਐਪਲ ਖਰੀਦੇ ਗਏ ਤਾਂ ਖਰੀਦੇ ਕਿੰਨੇ ਆ 1220 ਰੁਪਏ ਦੇ 100 ਐਪਲ ਪਰ 100। 100 ਐਪਲ ਦਾ ਰੇਟ ਹੀ 1220 ਹੈ। ਸੋ ਮੈਂ ਕਹਿ ਸਕਦਾ ਕਿ ਜਿਹੜੇ 100 ਐਪਲਸ ਹੈ ਇਹਨਾਂ ਦਾ ਕਾਸਟ ਪ੍ਰਾਈਸ ਕਿੰਨਾ ਵਾ 1220 ਰੁਪਏ, ਤੇ ਇਹਨੂੰ ਪ੍ਰੋਫਿਟ ਕਿੰਨੇ ਪ੍ਰੋਫਿਟ ਦੇ ਵੇਚਿਆ ਗਿਆ 955 ਦੇ। ਸੋ ਪ੍ਰੋਫਿਟ ਕਿੰਨਾ ਹੋ ਗਿਆ 955 ਰੁਪਏ ਉੱਪਰ ਵਧਾ ਕੇ ਅਸੀਂ ਵੇਚ ਦਿੱਤਾ। ਠੀਕ ਹੈ ਜੀ, 2175 ਦੇ। ਕਿੰਨੇ ਦੇ 2175 ਦੇ।
ਇਹ ਹੋ ਗਿਆ ਸਾਡੇ ਕੋਲ ਵੇਚਣ ਵਾਲਾ ਪ੍ਰਾਈਸ, ਸੈਲਿੰਗ ਪ੍ਰਾਈਸ। ਉਹਨੂੰ ਕੀ ਕਹਿ ਰਿਹਾ ਵਾ ਕਿ ਦੱਸੋ ਸੈਲਿੰਗ ਪ੍ਰਾਈਸ ਦਰਜਨ ਐਪਲ ਦਾ ਕਿੰਨਾ, ਵੇਚਣ ਵਾਲਾ ਪ੍ਰਾਈਸ ਦਰਜਨਾਂ ਦੇ ਹਿਸਾਬ ਨਾਲ ਕਿੰਨਾ ਸੀਗਾ। ਦੇਖੋ 2175 ਰੁਪਏ ਦੇ ਵਿੱਚ ਕਿੰਨੇ ਐਪਲ, 100 ਐਪਲ। ਕਿੰਨੇ ਐਪਲ, 100। ਇੱਕ ਦਾ ਕਿੰਨਾ ਰੇਟ ਹੋਊਗਾ, 2175 ਬਾਏ 100, ਤੇ 12 ਦਾ ਕਿੰਨਾ ਹੋਊਗਾ, ਇੰਨਾ। 12 ਦਾ ਕਿੰਨਾ ਹੋਊਗਾ, ਠੀਕ ਹੈ ਜੀ। ਹੁਣ ਧਿਆਨ ਨਾਲ ਦੇਖੋ, ਉੱਪਰ ਵਾਲਾ ਨੰਬਰ ਨਾ 25 ਟੇਬਲ ਜਾ ਰਿਹਾ, ਨੀਚੇ ਵੀ 25 ਟੇਬਲ ਚ ਆਊਗਾ। 25 ਟੇਬਲ ਚ 4, 2175 ਨੂੰ 25 ਦੀ ਟੇਬਲ ਚ ਕਿੰਨਾ ਕੱਟਦੇ ਆ, ਹਰ 100 ਕੋ 4 25 ਹੁੰਦੇ ਆ, ਤਾਂ 2100 ਕੋ ਕਿੰਨੇ ਹੋਣਗੇ, 84 ਵਾਰ 25, 4 ਗੁਣਾ 2100 ਦਾ 4 ਗੁਣਾ 84 ਉਹ, ਤੇ 75 ਕੋ 3 ਹੈ, 87 ਆ ਗਿਆ। ਸੋ ਇੱਥੇ ਆਇਆ ਨਾ 87, ਇੱਥੇ 3 ਦੇ ਟੇਬਲ ਚ ਕੱਟ ਗਿਆ, ਠੀਕ ਹੈ। ਸੋ 7 3 ਜਾਂ 21, 2 ਕੈਰੀ ਹੋ ਗਿਆ, 24 ਤੇ 26, 261 ਆ ਗਿਆ ਸਾਡੇ ਕੋਲ ਆਂਸਰ, 261। 261 ਰੁਪਏ ਦਰਜਨ ਕਸਟਰਡ ਐਪਲ ਜਿਹੜੇ ਆ ਉਹ ਵਿਕੇ ਆ, ਠੀਕ ਹੈ ਜੀ। ਸਮਝ ਗਏ, 100 ਐਪਲ ਦਾ ਪ੍ਰਾਈਸ ਪਤਾ ਵਾ, ਇੱਕ ਦਾ ਨਿਕਾਲ ਲਓ, ਫਿਰ 12 ਨਾਲ ਮਲਟੀਪਲਾਈ ਕਰਤਾ। ਨੈਕਸਟ ਕਰਦੇ ਆ, ਕਹਿੰਦਾ ਬੈਟਸਮੈਨ ਨੇ ਆਪਣੀ 12ਵੀਂ ਇਨਿੰਗ ਦੇ ਵਿੱਚ ਕ੍ਰਿਕਟ ਦੀ 98 ਸਕੋਰ ਬਣਾਏ, ਤਾਂ ਉਹਦੀ ਐਵਰੇਜ ਪਿੱਛੇ ਨਾਲੋਂ ਔਸਤ 1 ਰਨ ਤੋਂ ਵੱਧ ਗਈ। ਵਟ ਇਜ਼ ਦ ਐਵਰੇਜ ਆਫਟਰ 12th innings? ਸੋ ਕਰਨ ਨੂੰ ਤਾਂ ਬੜੇ ਸਾਰੇ ਤਰੀਕੇ ਹੈ, ਕਿਉਂਕਿ ਤੁਹਾਨੂੰ ਮੈਂ ਐਲੀਗੇਸ਼ਨ ਸਮਝਾਈ ਹੈ, ਮੈਂ ਐਲੀਗੇਸ਼ਨ ਨਾਲ ਹੀ ਕਰਕੇ ਦਿਖਾ ਦੇਣਾ। ਦੇਖੋ 12ਵੀਂ ਇਨਿੰਗਸ ਤੋਂ ਪਹਿਲਾਂ ਉਹਨੇ 11 ਇਨਿੰਗਸ ਖੇਲੀਆਂ ਹੋਣਗੀਆਂ, ਤਾਂ ਇੱਕ ਇਨਿੰਗ 12ਵੀਂ ਉਹਨੇ ਖੇਲੀ, ਠੀਕ ਹੈ। 11 ਇਨਿੰਗਸ ਜਿਹੜੀ ਉਹਦੀ ਐਵਰੇਜ ਸੀਗੀ ਉਹ 1 ਰਨ ਤੋਂ ਵੱਧ ਗਈ। ਮੈਨੂੰ ਨਹੀਂ ਪਤਾ, ਉਹਨੂੰ ਦੱਸਿਆ ਨਹੀਂ ਕਿ 11 ਇਨਿੰਗਸ ਐਵਰੇਜ ਕਿੰਨੀ ਸੀ, ਮੈਂ ਮੰਨ ਲੈਣਾ 11 ਇਨਿੰਗਸ ਤੱਕ ਐਕਸ ਐਵਰੇਜ ਸੀਗੀ। ਅਗਲੇ ਇੱਕ ਮੈਚ ਉਹਨੇ ਕਿੰਨੇ ਰਨ ਬਣਾਏ, 98। ਦੇਖੋ ਅੱਜ ਮੈਂ ਵੈਲਿਊਜ਼ ਲਿਖ ਰਿਹਾ ਵਾਂ, ਪਹਿਲੀ ਤੁਹਾਨੂੰ ਪੂਰਾ ਕਨਸੈਪਟ ਜਾਣਨਾ ਜ਼ਰੂਰੀ ਹੈ ਕਿ ਮੈਂ ਕਿਹੜੀ ਵੈਲਿਊ ਕਿੱਥੇ ਲਿਖ ਰਿਹਾ ਵਾਂ। ਇੱਥੇ ਮੈਂ ਲਿਖਦਾ ਵਾਂ ਕਿ ਕਿੰਨੇ ਮੈਚ ਖੇਲੇ ਆ, 11 ਤੇ 1 12 ਨੰਬਰ ਲਿਖੀਦਾ ਆਪਾਂ, ਇੱਥੇ ਉੱਪਰ ਲਿਖੀ ਦੀ ਐਵਰੇਜ ਕਿ 11 ਮੈਚਾਂ 'ਚ ਕਿੰਨੀ ਐਵਰੇਜ ਸੀਗੀ, ਇੱਕ ਮੈਚ ਕਿੰਨੀ ਐਵਰੇਜ ਹੈ, ਇੱਕ ਮੈਚ ਉਨੀ ਐਵਰੇਜ ਜਿੰਨਾ ਸਕੋਰ ਹੈ, ਇਸ ਲਈ ਮੈਂ 98 ਲਿਖਤਾ। ਤੇ ਇੱਥੇ ਐਵਰੇਜ ਜਿਹੜੀ ਕੰਬਾਈਨਡ ਹੈ ਦੋਨਾਂ ਦੀ ਮਿਲਾ ਕੇ 12 ਦੀ ਐਵਰੇਜ ਕਿੰਨੀ, 1 ਤੋਂ ਵੱਧ ਗਈ, ਜਿੰਨੀ ਪਹਿਲਾਂ ਸੀਗੀ ਉਹ ਤੋਂ 1 ਤੋਂ ਵੱਧ ਗਈ, x+1। ਉਹਨਾਂ ਮੈਨੂੰ ਪੁੱਛ ਰਿਹਾ ਕਿ ਦੱਸੋ 12ਵੀਂ ਇਨਿੰਗ ਤੋਂ ਬਾਅਦ ਐਵਰੇਜ ਕਿੰਨੀ ਹੈ, ਇਹਦਾ ਮਤਲਬ ਕਿ x+1 ਦੀ ਵੈਲਿਊ ਪੁੱਛ ਰਿਹਾ ਵਾ। तो अगेन मैं इत्थे की करूंगा, ਇਹਦੇ ਵਿੱਚੋਂ ਇਹਨੂੰ ਮਾਈਨਸ ਕਰੂੰਗਾ ਤੇ ਆ ਚੀਜ਼ ਆਊਗੀ, ਇਹਦੇ ਵਿੱਚੋਂ ਇਹਨੂੰ ਮਾਈਨਸ ਕਰਾਂਗੇ ਤਾਂ ਆ ਚੀਜ਼ ਆਊਗੀ। ਹੁਣ 98 ਮਾਈਨਸ x ਤੇ ਮਾਈਨਸ 1, ਠੀਕ ਹੈ। ਇੱਥੇ ਕੀ ਆਊਗਾ, 98 ਦੇ ਵਿੱਚੋਂ ਮਾਈਨਸ ਕੀ ਕਰਨਾ, ਮਾਈਨਸ x ਮਾਈਨਸ 1, ਤਾਂ ਮੇਰੇ ਕੋਲ ਕੀ ਰਹਿ ਜਾਣਾ 97 ਮਾਈਨਸ x। ਇਹ ਬਰਾਬਰ ਹੋਊਗਾ ਕਿਹਦੇ, 11 ਦੇ, ਅਪੋਨ x+1 ਮਾਈਨਸ x, ਠੀਕ ਹੈ। ਇੱਥੋਂ ਦੀ ਆ ਮਾਈਨਸ ਕਰਨਾ, ਇਹਦੇ ਚੋਂ ਆ ਮਾਈਨਸ ਕਰਨਾ, x+1 ਮਾਈਨਸ x, x ਤੇ x ਕੱਟ ਗਿਆ, ਬਚਿਆ ਕਿੰਨਾ 1, ਇੱਥੇ ਵੀ ਕਿੰਨਾ ਬਚ ਗਿਆ 1, ਠੀਕ ਹੈ। ਇੱਥੇ ਕੀ ਲਿਖਣਾ ਵਾ, ਆ ਚੀਜ਼ ਲਿਖਣੀ 1। तो ਹੁਣ ਮੇਰੇ ਕੋਲ ਕਿੰਨਾ ਆ ਜਾਣਾ, 97 ਮਾਈਨਸ 11 ਆ ਗਈ x ਦੀ ਵੈਲਿਊ, ਤਾਂ ਮੇਰੇ ਕੋਲ 86 ਜੋ ਹੈ ਉਹ ਕਿੰਨੀ ਆ ਗਈ, x ਦੀ ਵੈਲਿਊ। 86 ਕੀ ਆ ਗਈ, x ਦੀ ਵੈਲਿਊ। ਪਰ ਸਾਡਾ ਆਨਸਰ 86 ਨਹੀਂ ਹੈ, 86 ਸੀਗੀ ਪਹਿਲਾਂ ਸਾਡੇ ਕੋਲ ਐਵਰੇਜ। ਹੁਣ ਐਵਰੇਜ ਜਿਹੜੀ ਹੈ ਉਹ ਕੀ ਹੈ, 1 ਤੋਂ ਵੱਧ ਗਈ। ਐਵਰੇਜ ਕੀ ਹੈ, 1 ਤੋਂ ਵੱਧ ਗਈ। 1 ਤੋਂ ਵਧਣ ਦੇ ਨਾਲ ਇੱਥੇ ਕਿੰਨੀ ਹੋ ਜਾਊਗੀ, 87। ਸੋ ਸਾਡਾ ਆਨਸਰ ਕਿੰਨਾ ਆਊਗਾ, 87, ਥਰਡ ਆਪਸ਼ਨ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਕਰਦੇ ਹਾਂ। Two pipes A and B can fill the tank in, ਹੁਣ ਕੀ ਹੈ, ਟੈਂਕ ਭਰਨਾ ਵਾ, 2 ਪਾਈਪਾਂ ਵਾ, A ਉਸ ਟੈਂਕ ਨੂੰ 22 ਮਿੰਟ 'ਚ ਭਰ ਸਕਦੀ ਹੈ ਤੇ B ਉਸੀ ਟੈਂਕ ਨੂੰ 12 ਮਿੰਟ 'ਚ ਭਰ ਸਕਦੀ ਹੈ, ਠੀਕ ਹੈ। ਹੁਣ ਅਸੀਂ ਦੇਖਾਂਗੇ ਕਿ ਟੈਂਕ ਦੀ ਕਪੈਸਿਟੀ ਕਿੰਨੀ ਹੈ। ਟੈਂਕ ਦੀ ਕਪੈਸਿਟੀ ਦਿੱਤੀ ਨਹੀਂ ਹੁੰਦੀ, ਪਰ ਅਸੀਂ ਕੀ ਕਰਦੇ, ਇਹਦਾ ਐਲਸੀਐਮ ਲੈ ਲੈਂਦੇ ਹਾਂ। ਕੀ ਕਰਦੇ, ਇਹਦਾ ਐਲਸੀਐਮ ਲੈਂਦੇ ਹਾਂ, ਉਹਨੂੰ ਆਪਾਂ ਮੰਨ ਲੈਂਦੇ ਹਾਂ ਕਿ ਉਹ ਟੈਂਕ ਦੀ ਕਪੈਸਿਟੀ ਹੈ, ਠੀਕ ਹੈ। ਹੁਣ ਧਿਆਨ ਨਾਲ ਦੇਖੋ ਕਿ ਇੱਥੇ ਜੋ ਆਨਸਰ ਸਾਡੇ ਕੋਲ ਆਊਗਾ ਐਲਸੀਐਮ ਦਾ, ਉਹ ਕਿੱਥੋਂ ਆਉਣਾ ਚਾਹੀਦਾ, ਇਹਨਾਂ ਦੋ ਨੰਬਰਾਂ ਤੋਂ। ਹੁਣ ਦੇਖੋ 22 ਕੋ ਕੀ ਹੈਗਾ ਵਾ, 2 ਤੇ 11, ਕੀ ਹੈਗਾ 2 ਤੇ 11। ਅਗਰ ਮੈਂ 12 ਦੀ ਗੱਲ ਕਰਾਂ ਤਾਂ ਇਹਦੇ ਕੋਲ ਕਿੰਨਾ ਵਾ, 4 ਤੇ 3, ਮਤਲਬ 2 × 2 × 3। ਹੁਣ ਇਹਦੇ ਕੋਲ ਆਲਰੇਡੀ 2 ਹੈ, ਇਹ ਵਾਲਾ 2 ਨਹੀਂ ਆਪਾਂ ਕੰਸੀਡਰ ਕਰਾਂਗੇ, ਇਹਦੇ ਕੋਲ ਆਲਰੇਡੀ 2 ਹੈ। ਇੱਥੇ ਹੁਣ 3 ਨਹੀਂ, ਇਹਦਾ ਮਤਲਬ ਕੀ ਹੈ 4 ਤੇ 3 12, 12 × 11 ਜਿਹੜਾ ਵਾ ਐਲਸੀਐਮ ਆਊਗਾ, 12 × 11। ਸਾਡੇ ਕਿੰਨਾ ਆ ਜਾਊਗਾ, 11 × 12, 11 ਸਕੁਅਰ ਹੁੰਦਾ ਵਾ 121, ਤੇ 11 ਪਾਵਾਂਗੇ ਤਾਂ 132। ਇੱਥੇ ਸਾਡੇ ਕੋਲ ਐਲਸੀਐਮ ਆ ਜਾਊਗਾ 132, ਠੀਕ ਹੈ ਜੀ। ਛੋਟੀ ਕਲਾਸਿਸ ਦੇ ਵਿੱਚ ਤੁਸੀਂ ਜਿੱਦਾਂ ਕੀਤਾ ਹੋਇਆ, ਅਸੀਂ ਉਹ ਫੋਲੋ ਨਹੀਂ ਕਰਦੇ ਉਹ ਮੈਥਡ, ਕਿਉਂਕਿ ਉਹ ਟਾਈਮ ਕੰਜ਼ਿਊਮਿੰਗ ਹੁੰਦਾ ਵਾ। ਇਹ ਤੁਹਾਨੂੰ ਮੈਂ ਦੱਸ ਦੇਣਾ ਛੋਟੀ ਕਲਾਸ ਤੁਸੀਂ ਕਿੱਦਾਂ ਕੀਤਾ ਸੀ। ਜਿਹੜਾ ਨੰਬਰ ਕਾਮਨ ਹੁੰਦਾ ਉਹ ਇੱਕ ਵਾਰ ਲਈਦਾ, ਜਿੱਦਾਂ ਕਿ ਇੱਥੇ 2 ਲਿਆ, ਕਿੰਨਾ ਆ ਗਿਆ 11, ਇੱਥੇ ਕਿੰਨਾ ਆ ਗਿਆ 6। ਹੁਣ ਤੁਸੀਂ ਧਿਆਨ ਨਾਲ ਦੇਖੋ, ਨੰਬਰ ਸਾਰੇ ਡਿਫਰੈਂਟ ਆ ਗਏ। ਸੋ ਮੇਰਾ ਆਨਸਰ ਕਿੰਨਾ ਹੋਊਗਾ, 11 × 6 × 2 ਜਾਂ 6 × 2 12। ਸੋ 11 × 12 ਸਾਡਾ ਐਲਸੀਐਮ ਹੈ। 11 ਸਕੁਅਰ ਕਿੰਨਾ ਹੁੰਦਾ, 121, 11 ਇੱਕ ਵਾਰ ਹੋਰ ਐਡ ਕਰ ਦਿਓ, ਕਿੰਨਾ ਆ ਗਿਆ 132, ਜੋ ਕਿ ਸਾਡਾ ਐਲਸੀਐਮ, ਠੀਕ ਹੈ ਜੀ। ਹੁਣ 22 ਨੂੰ ਕਿੰਨਾ ਮਲਟੀਪਲਾਈ ਕਰਾਂਗੇ। ਅੱਛਾ, ਹੁਣ ਕੁਐਸਚਨ ਸਮਝ ਲੈਣੇ ਪਹਿਲਾਂ ਕੀ ਹੈ। ਇਹਦਾ ਮਤਲਬ ਹੈ ਕਿ ਜਿਹੜੀ ਪਾਈਪ ਹੈ
ਉਹ ਟੈਂਕ ਨੂੰ 22 ਮਿੰਟਾਂ 'ਚ ਫਿਲ ਕਰਦੀ A ਤੇ B ਕਰਦੀ 12 ਮਿੰਟਾਂ 'ਚ। ਅਸੀਂ ਮੰਨ ਲਿਆ ਕਿ ਜਿਹੜਾ ਟੈਂਕ ਹੈ ਉਹ 132 ਲੀਟਰ ਦਾ ਹੈ, ਇਹ ਕਪੈਸਿਟੀ ਮੰਨ ਲੈਂਦੇ ਉਹਦੀ। ਐਲਸੀਐਮ ਨਿਕਾਲਾਂਗੇ ਨਾ, ਕਪੈਸਿਟੀ ਹੋਊਗੀ ਉਹਦੀ, ਠੀਕ ਹੈ, ਕਿੰਨੀ ਕਪੈਸਿਟੀ ਹੈ ਉਹਦੀ। ਇਹ ਸਾਡੇ ਕੋਲ ਆ ਗਿਆ ਟਾਈਮ, ਇਹ ਟੋਟਲ ਵਰਕ। ਹੁਣ ਅਸੀਂ ਦੇਖਣਾ ਵਾ ਕਿ ਇਹ ਮਿੰਟਾਂ ਦੀ ਗੱਲ ਕਰ ਰਿਹਾ ਵਾ, ਮਿੰਟ ਦੀ ਗੱਲ ਕਰ ਰਿਹਾ, ਤਾਂ ਹਰ ਮਿੰਟ ਕਿੰਨਾ ਪਾਣੀ ਭਰ ਰਿਹਾ, ਉਹ ਹੁੰਦਾ ਵਾ ਐਫੀਸ਼ੀਐਂਸੀ। ਹਰ ਮਿੰਟ ਅਗਰ 22 ਮਿੰਟ ਦੇ ਵਿੱਚ ਇਹ ਟੈਂਕ ਫਿਲ ਹੋ ਰਿਹਾ ਵਾ, ਤਾਂ 22 ਨੂੰ ਮੈਂ ਮਲਟੀਪਲਾਈ ਕਰੂੰਗਾ 6 ਦੇ ਨਾਲ, ਤਾਂ ਕਿੰਨਾ ਹੋ ਜਾਊਗਾ 132। ਇਹਦਾ ਮਤਲਬ ਕੀ ਹੈ, 6 ਦਾ ਮਤਲਬ ਕੀ ਹੈ ਕਿ ਹਰ ਮਿੰਟ ਅਗਰ 132 ਲੀਟਰ ਦੀ ਕਪੈਸਿਟੀ ਹੈ, ਅਗਰ 132 ਲੀਟਰ ਦੀ ਕਪੈਸਿਟੀ ਹੈ, ਤਾਂ ਹਰ ਮਿੰਟ 6 ਲੀਟਰ ਪਾਣੀ ਭਰਿਆ ਜਾ ਰਿਹਾ ਵਾ। ਹਰ ਮਿੰਟ 6 ਲੀਟਰ ਪਾਣੀ, ਮਤਲਬ 22 ਮਿੰਟਾਂ ਦੇ ਵਿੱਚ ਇਹ ਟੈਂਕ ਫੁੱਲ, ਠੀਕ ਹੈ। ਇੱਥੇ 12 ਨੂੰ ਕਿੰਨਾ ਮਲਟੀਪਲਾਈ ਕਰਾਂਗੇ, ਇੱਥੇ 12 ਨੂੰ ਮਲਟੀਪਲਾਈ ਕਰਾਂਗੇ 11 ਦੇ ਨਾਲ 132 ਦੇ। ਇਹਦਾ ਮਤਲਬ ਕੀ ਹੈ ਕਿ ਕਿਉਂਕਿ ਇਹਨੂੰ ਟਾਈਮ ਘੱਟ ਲੱਗ ਰਿਹਾ ਵਾ, B ਨੂੰ ਤਾਂ ਸਿਰਫ 12 ਮਿੰਟ ਲੱਗ ਰਹੇ ਆ, ਟਾਈਮ ਘੱਟ ਲੱਗ ਰਿਹਾ, ਇਹਦਾ ਮਤਲਬ ਇਹਦੀ ਐਫੀਸ਼ੀਐਂਸੀ ਜ਼ਿਆਦਾ ਹੈ ਪਾਣੀ ਭਰਨ ਦੀ। ਇਹ 11 ਲੀਟਰ ਪਾਣੀ ਭਰਦਾ ਵਾ ਹਰ ਮਿੰਟ, ਠੀਕ ਹੈ। ਉਹਨੂੰ ਕਹਿੰਦੇ ਦੋਨੋਂ ਪਾਈਪਾਂ ਨੂੰ 4 ਮਿੰਟ ਲਈ ਓਪਨ ਕੀਤਾ ਗਿਆ। 4 ਮਿੰਟ ਨੂੰ ਦੋਨੋਂ ਪਾਈਪਾਂ ਨੂੰ ਓਪਨ ਕਰਨ ਦਾ ਮਤਲਬ ਕੀ ਹੋਇਆ, ਧਿਆਨ ਨਾਲ ਦੇਖਿਓ। ਪਹਿਲੀ ਪਾਈਪ ਨੇ 6 ਲੀਟਰ ਪਾਣੀ ਭਰਨਾ ਵਾ, ਅਗਲੀ ਪਾਈਪ ਨੇ ਕਿੰਨਾ 11, ਟੋਟਲ 1 ਮਿੰਟ ਦੇ ਵਿੱਚ 17 ਲੀਟਰ ਪਾਣੀ ਭਰਿਆ ਜਾਣਾ ਵਾ। ਅਸੀਂ 4 ਮਿੰਟ ਲਈ ਇਹਨਾਂ ਨੂੰ ਓਪਨ ਕਰਨਾ ਵਾ, 4 ਮਿੰਟ ਲਈ। ਇਹਦਾ ਮਤਲਬ ਕਿੰਨੇ ਲੀਟਰ ਪਾਣੀ ਭਰ ਜਾਣਾ ਵਾ, 68 ਲੀਟਰ। ਕਿੰਨਾ ਪਾਣੀ ਭਰ ਗਿਆ, 68 ਲੀਟਰ। 132 ਟੋਟਲ ਸੀਗਾ, ਇਹਦੇ ਵਿੱਚੋਂ 68 ਲੀਟਰ ਪਾਣੀ ਭਰ ਗਿਆ। 12 ਚੋਂ 8 ਗਏ ਤਾਂ ਕਿੰਨੇ ਹੁੰਦੇ ਆ, 4, ਇੱਥੇ 2 ਬਚੇ ਆ, ਫਿਰ 12 ਚੋਂ 6 ਗਏ ਤਾਂ 6, 64 ਰਹਿ ਗਿਆ। ਹੁਣ ਜਿਹੜਾ ਟੈਂਕ ਹੈ ਉਹ 64 ਲੀਟਰ ਫਿਲ ਹੋਣਾ ਰਹਿ ਗਿਆ, ਭਰਨਾ ਰਹਿ ਗਿਆ। ਇੱਥੇ ਉਹਨੇ ਕੀ ਕੀਤਾ, ਇਹ ਵਾਲੀ ਪਾਈਪ ਨੂੰ ਆਫ ਕਰ ਦਿੱਤਾ, ਜਿਹੜੀ 6 ਲੀਟਰ ਪਰ ਮਿੰਟ ਪਾਣੀ ਭਰ ਰਹੀ ਸੀ ਉਹਨੂੰ ਕਰਤਾ ਬੰਦ, 11 ਲੀਟਰ ਵਾਲੀ ਓਪਨ ਰਹਿ ਗਈ। ਹੁਣ ਦੱਸੋ ਕਿ ਬਾਕੀ ਟੈਂਕ ਨੂੰ ਭਰਨ ਲਈ ਕਿੰਨਾ ਟਾਈਮ ਲੱਗੂਗਾ। ਬਾਕੀ ਟੈਂਕ ਕਿੰਨਾ ਵਾ, 64 ਲੀਟਰ, ਤੇ ਭਰਨਾ ਕਿਹੜੇ ਹਿਸਾਬ ਨਾਲ, 11 ਲੀਟਰ ਪਰ ਮਿੰਟ, ਹਰ ਮਿੰਟ 11 11 11। ਸੋ 11 11 ਕਰਾਂਗੇ ਤਾਂ ਸਾਡਾ ਆਂਸਰ ਕਿੰਨਾ ਆ ਗਿਆ, 64/11। ਆਂਸਰ ਕਿੰਨਾ ਵਾ, 64/11। 64 ਲੀਟਰ ਕਪੈਸਿਟੀ ਰਹਿ ਗਈ ਤੇ ਹਰ ਮਿੰਟ 11 ਲੀਟਰ ਪਾਣੀ ਭਰਨਾ ਹੁੰਦਾ ਵਾ, ਤਾਂ ਕਿੰਨਾ ਆ ਗਿਆ, 64/11। ਠੀਕ ਹੈ ਜੀ, ਚਲੋ ਨੈਕਸਟ ਕਰਦੇ ਹਾਂ। ਫਿਰ ਪਾਈਪ ਐਂਡ ਸਿਸਟਮ ਦਾ ਕੁਐਸਚਨ ਹੈ, ਕਹਿੰਦਾ ਕਿ ਪਾਈਪ A ਜਿਹੜੀ ਹੈ ਉਹ ਟੈਂਕ ਨੂੰ ਫਿਲ ਕਰ ਲੈਂਦੀ ਹੈ 12 ਮਿੰਟ ਦੇ ਵਿੱਚ, ਤੇ B ਪਾਈਪ ਫਿਲ ਕਰਦੀ ਹੈ 18 ਮਿੰਟ ਦੇ ਵਿੱਚ, ਠੀਕ ਹੈ। A pipe A can fill the tank in 12 minutes while B can empty, ਅੱਛਾ ਇਹ empty ਕਰ ਰਹੀ ਹੈ, ਇਹ ਕੀ ਕਰ ਰਹੀ ਹੈ, empty। ਮੈਂ ਨੈਗੇਟਿਵ ਲਿਖ ਦੇਣਾ। ਇਹਦਾ ਮਤਲਬ ਕਿ ਅਗਰ ਟੈਂਕ ਖਾਲੀ ਹੈ ਤਾਂ A ਪਾਈਪ 12 ਮਿੰਟਾਂ 'ਚ ਭਰ ਦੂੰਗੀ। ਅਗਰ ਟੈਂਕ ਭਰਿਆ ਹੋਇਆ ਵਾ ਤਾਂ ਸਿਰਫ ਲੀਕੇਜ ਪਾਈਪ ਆਪਾਂ ਇਹਨੂੰ ਕਹੀਦਾ B ਨੂੰ, ਇਹ ਓਪਨ ਕਰ ਦਈਏ ਤਾਂ 18 ਮਿੰਟ ਦੇ ਵਿੱਚ ਪਾਈਪ ਜੋ ਹੈ, ਟੈਂਕੀ ਜੋ ਹੈ ਉਹ ਖਾਲੀ ਹੋ ਜਾਊਗੀ, ਠੀਕ ਹੈ ਜੀ। ਹੁਣ ਧਿਆਨ ਨਾਲ ਦੇਖੋ, ਆਪਾਂ ਇਹਦਾ ਐਲਸੀਐਮ ਨਿਕਾਲਾਂਗੇ। ਕਪੈਸਿਟੀ ਲੱਭੀਏ ਪਹਿਲਾਂ ਕਿੰਨੀ ਹੈ। ਕਪੈਸਿਟੀ ਜਿਹੜੀ ਹੈ ਉਹ ਹਾਈਪੋਥੈਟੀਕਲ ਹੁੰਦੀ, ਐਕਚੁਅਲ ਨੰਬਰ ਨਹੀਂ ਹੁੰਦਾ। ਹੁਣ ਧਿਆਨ ਨਾਲ ਦੇਖੋ, ਮੈਂ ਕੀ ਦੇਖੂੰਗਾ, ਇੱਕ ਹੋਰ ਤਰੀਕਾ ਹੁੰਦਾ ਐਲਸੀਐਮ ਨਿਕਾਲਣ ਦਾ, ਕਿ ਦੋਨਾਂ ਦੇ ਵਿੱਚੋਂ ਜਿਹੜਾ ਵੱਡਾ ਨੰਬਰ ਹੁੰਦਾ ਨਾ ਉਹ ਐਲਸੀਐਮ ਹੁੰਦਾ ਵਾ, ਅਗਰ ਦੂਸਰਾ ਨੰਬਰ ਇਹਦੇ ਨਾਲ ਡਿਵਾਈਡ ਹੋ ਜਾਏ। ਮਤਲਬ 18 ਨਾਲ 12 ਡਿਵਾਈਡ ਹੋ ਜਾਣਾ ਚਾਹੀਦਾ, ਜਾਂ 12 ਦੇ ਟੇਬਲ 'ਚ 18 ਆਉਣਾ ਚਾਹੀਦਾ ਵਾ, ਜੋ ਕਿ ਨਹੀਂ ਆਉਂਦਾ। ਫਿਰ ਮੈਂ ਕੀ ਕਰੂੰਗਾ, ਧਿਆਨ ਨਾਲ ਦੇਖੋ, ਫਿਰ ਮੈਂ ਕੀ ਕਰੂੰਗਾ ਕਿ 18 ਦਾ ਅਗਲਾ ਨੰਬਰ ਮਲਟੀਪਲ 36 ਚੈੱਕ ਕਰੂੰਗਾ। 36 ਹੁਣ 12 ਨਾਲ ਡਿਵਾਈਡ ਹੋ ਰਿਹਾ, 12 ਟੇਬਲ 'ਚ 36 ਆਉਂਦਾ ਵਾ। ਸੋ ਇਹਨਾਂ ਦਾ ਐਲਸੀਐਮ ਜਿਹੜਾ ਵਾ ਉਹ 36 ਹੋਊਗਾ, 36 ਹੋਊਗਾ, ਠੀਕ ਹੈ ਜੀ, ਸਮਝ ਗਏ। ਹੁਣ 18 ਨੂੰ ਕਿੰਨਾ ਮਲਟੀਪਲਾਈ ਕਰੀਏ ਕਿ 36 ਆ ਜੇ, 2 ਨਾ, ਇਹਨੂੰ ਕਿੰਨਾ ਮਲਟੀਪਲਾਈ ਕਰਾਂਗੇ, 3 ਆ। ਇਹਦਾ ਮਤਲਬ ਕੀ ਹੈ, ਕਿਉਂਕਿ ਮਿੰਟਸ ਦੀ ਗੱਲ ਹੋ ਰਹੀ ਹੈ, ਇਹ ਹੈਗੀ ਐਫੀਸ਼ੀਐਂਸੀ। ਹਰ ਮਿੰਟ ਇਹ ਪਾਈਪ ਜਿਹੜਾ ਪਾਣੀ ਭਰਦੀ ਹੈ, ਪੋਜ਼ਿਟਿਵ ਹੈ, ਇਹ ਹਰ ਮਿੰਟ 3 ਲੀਟਰ ਪਾਣੀ ਭਰਦੀ ਹੈ, ਤਾਂ B ਜਿਹੜੀ ਹੈ ਉਹ 2 ਲੀਟਰ ਪਾਣੀ ਐਮਟੀ ਕਰ ਦਿੰਦੀ ਹੈ, ਠੀਕ ਹੈ ਜੀ। ਹੁਣ ਉਹ ਕੀ ਕਹਿ ਰਿਹਾ, ਕਹਿੰਦਾ ਇਨੀਸ਼ੀਅਲੀ ਪਾਈਪ A ਵਾਜ਼ ਓਪਨਡ ਐਂਡ ਆਫਟਰ 4 ਮਿੰਟਸ। ਪਹਿਲਾਂ ਪਾਈਪ A ਓਪਨ ਕੀਤੀ ਗਈ ਤੇ ਉਸ ਤੋਂ ਬਾਅਦ ਕਹਿੰਦਾ 4 ਮਿੰਟ ਤੋਂ ਬਾਅਦ, ਇਹਦਾ ਮਤਲਬ 4 ਮਿੰਟ ਪਾਈਪ A ਓਪਨ ਰਹੀ। ਇਹ ਪਾਈਪ ਦੀ ਐਫੀਸ਼ੀਐਂਸੀ ਕਿੰਨੀ ਹੈ, 3 ਦੀ। ਇਹਨੂੰ 4 ਮਿੰਟ ਲਈ ਓਪਨ ਕੀਤਾ ਗਿਆ। ਕਿੰਨਾ ਪਾਣੀ ਭਰ ਗਿਆ, 12 ਲੀਟਰ ਪਾਣੀ ਭਰ ਗਿਆ। ਕਿੰਨਾ ਪਾਣੀ ਭਰ ਗਿਆ, 12 ਲੀਟਰ। ਹੁਣ ਕੀ ਹੋਇਆ, ਉਹ ਕਹਿੰਦਾ B ਪਾਈਪ ਵੀ ਓਪਨ ਹੋ ਗਈ। ਹੁਣ A ਤੇ B ਵੀ ਓਪਨ ਹੋ ਗਈ। ਮੈਂ ਮਾਈਨਸ ਕਿਉਂ ਲਿਖ ਰਿਹਾ ਵਾ, ਕਿਉਂਕਿ B ਨੇ ਪਾਣੀ ਜੋ ਹੈ ਉਹ ਐਮਟੀ ਕਰਵਾਉਣਾ ਵਾ, ਐਗਜ਼ਿਟ ਕਰਵਾਉਣਾ ਵਾ। ਕਹਿੰਦਾ B ਆਲਸੋ ਓਪਨ ਹੋ ਗਈ। ਹੁਣ ਦੱਸੋ ਕਿ ਕਿੰਨਾ ਟਾਈਮ ਲੱਗੂਗਾ ਰਿਮੇਨਿੰਗ ਟੈਂਕ ਨੂੰ ਫਿਲ ਹੋਣ ਲਈ। ਧਿਆਨ ਨਾਲ ਦੇਖਿਓ, ਹੁਣ ਕੀ ਹੋਊਗਾ ਕਿ ਇਹ 3 ਲੀਟਰ ਪਾਣੀ ਤਾਂ ਹਰ ਮਿੰਟ ਭਰ ਰਿਹਾ ਵਾ, ਪਰ B ਜਿਹੜਾ ਵਾ 2 ਲੀਟਰ ਪਾਣੀ ਨੂੰ ਟੈਂਕ ਚੋਂ ਬਾਹਰ ਕੱਢੀ ਜਾ ਰਿਹਾ। ਮਤਲਬ 1 ਲੀਟਰ ਪਾਣੀ 1 ਮਿੰਟ ਜਿਹੜਾ ਵਾ, 1 ਲੀਟਰ ਪਾਣੀ 1 ਮਿੰਟ ਦੇ ਵਿੱਚ ਹੀ ਭਰ ਰਿਹਾ ਵਾ, ਠੀਕ ਹੈ। A ਦੀ ਐਫੀਸ਼ੀਐਂਸੀ 3 ਦੀ ਹੈ, B ਦੀ ਐਫੀਸ਼ੀਐਂਸੀ 2 ਦੀ ਹੈ, ਮਾਈਨਸ ਦੀ 1 ਲੀਟਰ ਪਾਣੀ ਪਰ ਮਿੰਟ ਭਰ ਰਿਹਾ ਵਾ। ਭਰਨਾ ਕਿੰਨਾ ਵਾ, ਦੇਖੋ 12 ਲੀਟਰ ਪਾਣੀ ਭਰ ਚੁੱਕਾ ਵਾ। ਅਗਰ ਮੈਂ 12 ਮਾਈਨਸ ਕਰ ਦੂੰਗਾ ਤਾਂ ਕੀ ਆ ਗਿਆ, 24 ਲੀਟਰ ਪਾਣੀ ਭਰਨਾ ਵਾ
ਤੇ ਹਰ ਮਿੰਟ 1 ਲੀਟਰ ਪਾਣੀ ਹੀ ਭਰ ਹੋ ਰਿਹਾ ਵਾ। ਭਰਦੇ 3 ਪਏ ਆ, 2 ਜੋ ਹੈ ਪਾਣੀ ਨਿਕਲ ਰਿਹਾ, 1 ਭਰ ਹੋ ਰਿਹਾ ਵਾ। ਕਿੰਨਾ ਟਾਈਮ ਲੱਗੂਗਾ? 24 ਲੀਟਰ ਭਰਨ ਲਈ 24 ਮਿੰਟ ਲੱਗੂਗੇ। ਕਿੰਨਾ ਟਾਈਮ ਲੱਗੂਗਾ? 24 ਮਿੰਟ ਲੱਗੂਗੇ, ਜੋ ਕਿ ਸਾਡੇ ਕੋਲ ਥਰਡ ਆਪਸ਼ਨ ਹੈ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰਦੇ ਹਾਂ। ਹੁਣ ਸਾਡੇ ਕੋਲ ਤੁਹਾਡੇ ਲਾਸਟ ਈਅਰ ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਨਾ ਸੈੱਟ ਵਾਲੇ ਕੁਐਸਚਨ ਵੀ ਆਏ ਆ ਕਿ ਇੱਕ ਕੁਐਸਚਨ ਦਿੱਤਾ ਹੋਇਆ, ਉਹਦੇ ਚ 3 ਕੁਐਸਚਨ ਹੋਰ ਪੁੱਛੇ ਗਏ ਆ। ਮਤਲਬ ਇੱਕ ਸੈੱਟ ਦਿੱਤਾ ਹੋਇਆ ਇਹ ਵਾਲਾ, ਇਹਦੇ ਚ 3 ਕੁਐਸਚਨ ਹੋਰ ਪੁੱਛੇ ਗਏ ਆ ਇੱਕੋ ਹੀ ਡਾਟਾ ਤੇ। ਸੋ ਅਗਰ ਤੁਸੀਂ ਇਹ ਡਾਟਾ ਕਰੈਕ ਕਰ ਲਿਆ ਤਾਂ ਤਿੰਨੋਂ ਕੁਐਸਚਨ ਜਿਹੜੇ ਆ ਉਹ ਚੁਟਕੀਆਂ 'ਚ ਹੋ ਜਾਣਗੇ, ਨਹੀਂ ਤਾਂ ਫਿਰ ਤੁਹਾਡੇ ਤਿੰਨੋਂ ਹੀ ਕੁਐਸਚਨ ਗਏ। ਠੀਕ ਹੈ, ਇਹ ਕੁਐਸਚਨ ਅਗੇਨ ਪਾਈਪ ਐਂਡ ਸਿਸਟਮ ਵਾਲਾ ਕੁਐਸਚਨ ਹੀ ਹੈ, ਹੁਣ ਆਪਾਂ ਕਰਕੇ ਆਏ ਆ। ਕਹਿੰਦਾ ਕਿ ਇੱਕ ਵਾਟਰ ਸਟੋਰੇਜ ਸਿਸਟਮ ਹੈਗਾ ਵਾ, ਠੀਕ ਹੈ, ਜਿੱਦਾਂ ਤੁਹਾਡੇ ਟੈਂਕੀ ਹੈਗੀ ਹੈ। ਪਾਈਪ P ਜਿਹੜੀ ਹੈ ਉਹਨੂੰ 10 ਘੰਟਿਆਂ 'ਚ ਭਰ ਦਿੰਦੀ ਹੈ, ਪਾਈਪ Q ਉਹਨੂੰ 15 ਘੰਟਿਆਂ 'ਚ ਭਰਦੀ ਹੈ, ਤੇ R ਪਾਈਪ ਜਿਹੜੀ ਹੈ ਉਹਨੂੰ ਡਰੇਨ ਕਰ ਦਿੰਦੀ, ਖਾਲੀ ਕਰ ਦਿੰਦੀ 30 ਘੰਟਿਆਂ ਦੇ ਵਿੱਚ। ਸੋ ਆਪਾਂ ਲਿਖਦੇ ਹਾਂ ਪਾਈਪ ਸਾਡੇ ਕੋਲ P ਹੈ, Q ਹੈ ਤੇ R ਹੈ। ਪਾਈਪ P 10 ਘੰਟਿਆਂ 'ਚ ਉਹ ਟੈਂਕ ਨੂੰ ਫੁੱਲ ਕਰਦੀ ਹੈ, Q ਜਿਹੜੀ ਹੈ ਉਹ ਕਰਦੀ ਹੈ 15 ਆਵਰਸ ਦੇ ਵਿੱਚ, ਤੇ R ਜਿਹੜੀ ਹੈ ਉਹ ਕਿੰਨੇ ਘੰਟੇ? 30 ਘੰਟੇ 'ਚ ਉਹਨੂੰ ਕੀ ਕਰਦੀ ਹੈ? ਐਮਟੀ। ਦੇਖੋ ਜਿੰਨਾ ਟਾਈਮ ਜ਼ਿਆਦਾ ਲੱਗ ਰਿਹਾ ਨਾ ਇੱਥੇ, ਉਨੀ ਉਹ ਪਾਈਪ ਸਲੋ ਹੈ। ਹੁਣ ਇਹਦਾ ਆਪਾਂ ਐਲਸੀਐਮ ਲੱਭਣਾ, ਤੁਹਾਨੂੰ ਮੈਂ ਐਲਸੀਐਮ ਦੱਸਿਆ ਸੀਗਾ ਕਿ ਸਭ ਤੋਂ ਵੱਡਾ ਨੰਬਰ ਚੈੱਕ ਕਰ ਲਓ। ਇਹਦੇ ਨਾਲ 10 ਡਿਵਾਈਡ ਹੋ ਰਿਹਾ ਵਾ, ਇਹਦੇ ਨਾਲ 15 ਵੀ ਡਿਵਾਈਡ ਹੋ ਰਿਹਾ ਵਾ। ਇਹਦਾ ਮਤਲਬ ਤਿੰਨਾਂ ਦਾ ਐਲਸੀਐਮ ਜਿਹੜਾ ਵਾ ਉਹ ਕਿੰਨਾ ਵਾ? 30 ਹੈ। ਐਲਸੀਐਮ ਕਿੰਨਾ ਵਾ? 30 ਹੈ। ਉਹਨਾਂ ਦੀ ਐਫੀਸ਼ੀਐਂਸੀ ਕੱਢੀ ਹੈ ਕਿ ਹਰ ਘੰਟੇ ਕਿੰਨਾ ਪਾਣੀ ਭਰ ਰਹੇ ਆ ਜਾਂ ਡਰੇਨ ਕਰ ਰਹੇ ਆ। 30 ਨੂੰ ਕਿੰਨਾ ਮਲਟੀਪਲਾਈ ਕਰਾਂਗੇ? 3 ਨਾਲ। 50 ਨੂੰ ਕਿੰਨਾ ਕਰਾਂਗੇ? 2 ਦੇ ਨਾਲ। 30 ਨੂੰ ਕਿੰਨਾ ਕਰਾਂਗੇ? 1 ਨਾਲ। ਪਾਈਪ P 3 ਲੀਟਰ ਪਾਣੀ ਭਰਦੀ ਹੈ, Q 2 ਲੀਟਰ ਤੇ R 1 ਲੀਟਰ ਪਾਣੀ ਨੂੰ ਐਮਟੀ ਕਰ ਦਿੰਦੀ ਹੈ। ਠੀਕ ਹੈ ਜੀ, ਹੁਣ ਇਹ ਤਾਂ ਹੈਗਾ ਇੱਕ ਸੈੱਟ ਦੇਤਾ ਸਾਨੂੰ, ਇਹਦੇ ਬੇਸ ਤੇ 3 ਕੁਐਸਚਨ ਹੈ। ਪਹਿਲਾ ਕੁਐਸਚਨ ਹੈ, ਕਹਿੰਦਾ ਕਿ ਅਗਰ ਤਿੰਨੋਂ ਪਾਈਪਾਂ ਨੂੰ ਓਪਨ ਕਰ ਦਿੱਤਾ ਜਾਵੇ ਤਾਂ ਦੱਸੋ ਕਿੰਨੀ ਦੇਰ ਦੇ ਵਿੱਚ ਟੈਂਕ ਫਿਲ ਹੁੰਦਾ ਵਾ। ਟੈਂਕ P plus Q minus R ਕਿਉਂਕਿ ਡਰੇਨ ਕਰ ਰਿਹਾ ਵਾ। ਸੋ 3 ਲੀਟਰ ਪਾਣੀ ਇਹ ਭਰ ਰਿਹਾ ਵਾ, ਇਹ 2 ਲੀਟਰ ਪਾਣੀ ਭਰ ਰਿਹਾ, 1 ਲੀਟਰ ਪਾਣੀ ਡਰੇਨ ਹੋ ਰਿਹਾ ਵਾ। 5 ਚੋਂ 1 ਗਏ 4, ਇਹਦਾ ਮਤਲਬ ਹਰ ਘੰਟੇ 4 ਲੀਟਰ ਪਾਣੀ ਭਰਿਆ ਜਾ ਰਿਹਾ ਵਾ। ਭਰਨਾ ਕਿੰਨਾ ਵਾ? 30 ਲੀਟਰ ਪਾਣੀ, ਔਰ ਹਰ ਘੰਟੇ ਕਿੰਨਾ ਭਰ ਹੋ ਰਿਹਾ? 4। ਸਾਡਾ ਆਂਸਰ ਕਿੰਨਾ ਆ ਗਿਆ? 7.5। ਕਿੰਨਾ ਆ ਗਿਆ? 7.5। ਸੋ ਆਂਸਰ ਕਿੰਨਾ ਆਊਗਾ ਇੱਥੇ? 7.5। ਥਰਡ ਆਪਸ਼ਨ 3.5। ਇਹਦੇ ਬੇਸ ਤੇ ਹੀ ਹੁਣ ਆਪਾਂ ਅਗਲਾ ਕੁਐਸਚਨ ਸੋਲਵ ਕਰਾਂਗੇ। ਵਾਪਸ ਇੱਥੇ ਆਨੇ ਆ, ਕੀ ਕਹਿ ਰਿਹਾ ਵਾ ਕਿ ਹਾਊ ਲੌਂਗ ਵਿਲ ਇਟ ਟੇਕ ਟੂ ਫਿਲ ਦਾ ਟੈਂਕ। ਸੈਟ ਉਹੀ ਹੈ, ਕੁਐਸਚਨ ਚੇਂਜ ਹੋ ਗਿਆ ਤੇ 17ਵਾਂ। ਇਫ P ਐਂਡ Q ਆਰ ਓਪਨ ਟੂਗੇਦਰ, ਕਹਿੰਦਾ ਅਗਰ ਸਿਰਫ ਪਾਈਪ P ਤੇ Q ਨੂੰ ਓਪਨ ਕੀਤਾ ਜਾਵੇ ਤਾਂ ਕਿੰਨਾ ਟਾਈਮ ਲੱਗੂਗਾ? ਧਿਆਨ ਨਾਲ ਦੇਖੋ, ਅਗੇਨ ਟੈਂਕ ਫਿਲ ਕਿੰਨਾ ਕਰਨਾ ਵਾ? 30, ਤੇ P ਤੇ Q ਹੀ ਓਪਨ ਹੈ ਸਿਰਫ, ਇਹਦਾ ਮਤਲਬ 3 ਤੇ 2 5। 5 ਲੀਟਰ ਪਾਣੀ ਹਰ ਘੰਟੇ, ਕਿੰਨਾ ਟਾਈਮ ਲੱਗੂਗਾ? 6 ਘੰਟੇ ਲੱਗੂਗਾ। ਕਿੰਨਾ ਟਾਈਮ ਲੱਗੂਗਾ? 6 ਘੰਟੇ। ਤਾਂ ਆਂਸਰ ਕੀ ਆਊਗਾ ਸਾਡੇ ਕੋਲ ਇੱਥੇ? 6 ਆਵਰ। ਥਰਡ ਆਪਸ਼ਨ 6 ਆਵਰਸ। ਠੀਕ ਹੈ ਜੀ, ਨੈਕਸਟ ਕੁਐਸਚਨ ਕਰਦੇ ਆ ਇਸੀ ਸੈਟ ਦਾ ਥਰਡ ਕੁਐਸਚਨ। ਮੈਂ ਫਟਾਫਟ ਤੁਹਾਨੂੰ ਇੱਥੇ ਵੀ ਬਣਾ ਦੇਣਾ ਕਿ P ਪੋਜ਼ਿਟਿਵ ਹੈ, Q ਪੋਜ਼ਿਟਿਵ ਹੈ, R ਨੈਗੇਟਿਵ ਹੈ, ਤੇ ਇੱਥੇ 10 ਘੰਟੇ ਲੱਗ ਰਹੇ ਹੈ, ਇੱਥੇ ਲੱਗ ਰਹੇ ਹੈ 15 ਤੇ 30। ਸਾਡੇ ਕੋਲ ਕਪੈਸਿਟੀ ਜਿਹੜੀ ਹੈ ਉਹ ਕਿੰਨੀ ਹੈ? 30 ਲੀਟਰ ਦੀ। 30 ਲੀਟਰ ਦੀ ਕਪੈਸਿਟੀ, ਇਹਦੀ ਐਫੀਸ਼ੀਐਂਸੀ -1 ਦੀ ਹੈ, ਇਹਦੀ 2 ਦੀ ਹੈ, ਇਹਦੀ 3 ਦੀ ਪੋਜ਼ਿਟਿਵ ਹੈ। ਹੁਣ ਉਹ ਕਹਿ ਰਿਹਾ ਵਾ ਕਿ ਦੱਸੋ ਇਫ ਦਾ ਪਾਈਪ P ਐਂਡ ਪਾਈਪ R ਆਰ ਓਪਨ ਟੂਗੇਦਰ ਹਾਊ ਲੌਂਗ। ਕਹਿੰਦਾ ਅਗਰ ਪਾਈਪ P ਤੇ R ਓਪਨ ਹੈ ਫਿਰ ਕੀ ਹੋਊਗਾ? P ਜਿਹੜੀ ਹੈ ਉਹ P ਮਾਈਨਸ R ਲਿਖ ਦਿੰਦੇ। P 3 ਲੀਟਰ ਪਾਣੀ ਭਰ ਰਹੀ ਹੈ, R 1 ਲੀਟਰ ਪਾਣੀ ਡਰੇਨ ਕਰ ਰਹੀ ਹੈ, ਨੈਟ 2 ਲੀਟਰ ਪਾਣੀ ਭਰ ਰਿਹਾ ਵਾ। 30 ਲੀਟਰ ਦਾ ਟੈਂਕ ਫਿਲ ਕਰਨਾ, ਹਰ ਘੰਟੇ 2 ਲੀਟਰ ਪਾਣੀ ਭਰ ਹੋ ਰਿਹਾ ਵਾ, ਤਾਂ ਕਿੰਨਾ ਟਾਈਮ ਲੱਗੂਗਾ? 15 ਘੰਟੇ ਲੱਗੂਗਾ। ਕਿੰਨਾ ਟਾਈਮ ਲੱਗੂਗਾ? 15 ਆਵਰ, ਜੋ ਕਿ ਫੋਰਥ ਆਪਸ਼ਨ। ਠੀਕ ਹੈ ਜੀ, ਸੋ ਇਹ ਸੈੱਟ ਜਿਹੜਾ ਵਾ ਸਾਡਾ ਕੰਪਲੀਟ ਹੋ ਗਿਆ। ਤੁਸੀਂ ਦੇਖੋ 3 ਕੁਐਸਚਨ ਹੈ ਤੇ 2 ਪਹਿਲਾਂ, 5 ਕੁਐਸਚਨ ਸਿਰਫ ਪਾਈਪ ਐਂਡ ਸਿਸਟਮ ਤੋਂ ਹੀ ਪੁੱਛੇ ਗਏ ਹੈ। ਹੁਣ ਇਹੀ ਪ੍ਰੋਬਲਮ ਹੈ ਕਿ ਕੁਐਸਚਨ ਜਿਹੜੇ ਆ ਉਹ ਹਰ ਚੈਪਟਰ ਤੋਂ ਪੁੱਛਣ ਦੇ ਬਜਾਏ ਉਹ ਇੱਕੋ ਜਿਹੀ ਫੋਕਸ ਕਰ ਦਿੰਦੇ। ਅਗਰ ਕਿਸੇ ਨੂੰ ਪਾਈਪ ਐਂਡ ਸਿਸਟਮ ਦਾ ਕਨਸੈਪਟ ਨਹੀਂ ਆਉਂਦਾ ਜਾਂ ਟਾਈਮ ਐਂਡ ਵਰਕ ਦਾ ਨਹੀਂ ਆਉਂਦਾ, ਉਹਦੇ 5 ਕੁਐਸਚਨ ਗਏ। ਹਾਲਾਂਕਿ ਇਹ ਕਨਸੈਪਟ ਬਹੁਤ ਈਜ਼ੀ ਹੈ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰਦੇ ਹਾਂ। 19th ਕੁਐਸਚਨ ਹੈ, ਪਿਛਲੀ ਵਾਰ TCS ਨੇ, ਚਾਹੇ ਤੁਹਾਡੇ ਕਾਂਸਟੇਬਲ ਦਾ ਪੇਪਰ ਹੈ, ਚਾਹੇ SSC ਦੇ GD ਕਾਂਸਟੇਬਲ ਦੇ ਪੇਪਰ ਹੈ, CGL ਦੇ ਪੇਪਰ ਹੈ, MTS ਦੇ, ਸਾਰਿਆਂ ਦੇ ਵਿੱਚ ਇਹ ਕੁਐਸਚਨ ਪੁੱਟ ਕੀਤਾ ਗਿਆ। ਕੀ ਕਹਿ ਰਿਹਾ ਵਾ? ਕਹਿੰਦਾ ਕਿ ਇੱਕ ਤੇਲ ਹੈ, ਉਹਦਾ ਪ੍ਰਾਈਸ ਜਿਹੜਾ ਵਾ ਉਹ 4 ਵਾਰ ਘਟ ਗਿਆ। ਪਹਿਲਾਂ 40% ਘਟਿਆ, ਫਿਰ ਜੋ ਘਟਿਆ ਉਹ 'ਚ 50%, ਫਿਰ ਉਹ 'ਚ 45%, ਫਿਰ ਚੌਥੀ ਵਾਰ ਇਹ 70% ਤੋਂ ਵੱਧ ਗਿਆ। ਦੱਸੋ ਪਹਿਲੇ ਨਾਲੋਂ ਹੁਣ ਟੋਟਲ ਕਿੰਨਾ ਪ੍ਰਾਈਸ ਜ਼ਿਆਦਾ ਹੈ ਜਾਂ ਘੱਟ ਹੈ, ਦੱਸਣਾ ਵਾ। ਅਸੀਂ ਕੀ ਕਰਨਾ ਹੁੰਦਾ? ਪ੍ਰਾਈਸ ਕਿੰਨਾ ਰਹਿ ਗਿਆ ਉਹਦੀ ਫ੍ਰੈਕਸ਼ਨ ਲਿਖਣੀ ਹੈ। ਅਗਰ ਕੋਈ ਪ੍ਰਾਈਸ 40% ਤੋਂ ਘਟ ਜਾਂਦਾ ਵਾ ਤਾਂ ਉਹ ਪ੍ਰਾਈਸ 60% ਰਹਿ ਜਾਂਦਾ ਵਾ। ਠੀਕ ਹੈ, ਅਗਰ ਮੈਨੂੰ ਡਿਸਕਾਊਂਟ 40% ਦਾ ਮਿਲ ਰਿਹਾ ਵਾ ਤਾਂ ਇਹਦਾ ਮਤਲਬ ਵੈਲਿਊ 60% ਰਹਿ ਗਈ। 40% ਦਾ ਡਿਸਕਾਊਂਟ ਮੀਨਸ 60 ਨੂੰ ਅਸੀਂ ਲਿਖਦੇ ਹਾਂ 3/5।
ਇਨਟੂ ਅਗਲੀ ਵਾਰ ਕਿੰਨਾ ਡਿਸਕਾਊਂਟ ਹੋਇਆ 50% ਦਾ 50% ਡਿਸਕਾਊਂਟ ਹੋਇਆ ਬਚਿਆ ਕਿੰਨਾ 50 50 ਨੂੰ ਆਪਾਂ ਲਿਖੀਦਾ ਅੱਧਾ 1/2 ਉਸ ਤੋਂ ਬਾਅਦ ਕੀ ਹੋਇਆ 45% ਦਾ ਡਿਸਕਾਊਂਟ 45% ਦੇ ਡਿਸਕਾਊਂਟ ਦਾ ਮਤਲਬ ਹੈ 55% ਰਹਿ ਗਿਆ 55 ਨੂੰ ਅਸੀਂ ਲਿਖਦੇ ਹਾਂ 11/20 ਫ੍ਰੈਕਸ਼ਨਸ ਆਣੀਆਂ ਬਹੁਤ ਜ਼ਰੂਰੀ ਆ ਇਹਦਾ ਮਤਲਬ ਹੁੰਦਾ 5 ਵਾਲੀ ਚੀਜ਼ 3 ਦੀ ਰਹਿ ਗਈ 2 ਵਾਲੀ ਚੀਜ਼ 1 ਦੀ ਰਹਿ ਗਈ ਅੱਧੀ 50% 20 ਵਾਲੀ ਚੀਜ਼ 11 ਦੀ ਰਹਿ ਗਈ 55% ਰਹਿ ਗਈ ਉਸ ਤੋਂ ਬਾਅਦ ਕੀ ਹੋਇਆ 70% ਪ੍ਰਾਈਸ ਵੱਧ ਗਿਆ 70% ਪ੍ਰਾਈਸ ਵਧਣ ਦਾ ਮਤਲਬ ਹੈ 100 ਵਾਲੀ ਚੀਜ਼ 170 ਹੋ ਗਈ 100 ਵਾਲੀ ਚੀਜ਼ ਕਿੰਨੀ ਹੋ ਗਈ 170 ਹੋ ਗਈ ਤਾਂ ਮੈਂ ਕੀ ਲਿਖੂੰਗਾ 17/10 ਕਿ ਪਹਿਲਾਂ 10 ਰੁਪਏ ਦੀ ਸੀ ਹੁਣ 17 ਦੀ ਹੋ ਗਈ 70% ਵੱਧ ਗਈ ਹੁਣ ਜਿਹੜੇ ਥੱਲੇ ਨੰਬਰ ਰੱਖੇ ਉਹਨਾਂ ਨੂੰ ਮਲਟੀਪਲਾਈ ਕਰ ਦਿਓ ਉੱਪਰ ਵਾਲੇ ਨੂੰ ਮਲਟੀਪਲਾਈ ਕਰ ਦਿਓ ਥੱਲੇ ਵਾਲਾ ਨੰਬਰ ਜਿਹੜਾ ਵਾ ਉਹ ਪਹਿਲਾਂ ਕਿੰਨਾ ਪ੍ਰਾਈਸ ਸੀਗਾ ਤੇ ਹੁਣ ਕਿੰਨਾ ਹੋ ਗਿਆ ਉੱਪਰ ਵਾਲਾ ਨੰਬਰ ਕੀ ਆ ਹੁਣ ਕਿੰਨਾ ਹੋ ਗਿਆ ਚਲੋ ਪਹਿਲਾਂ ਕੈਲਕੂਲੇਟ ਕਰ ਲਈਏ ਫਿਰ ਦੇਖਦੇ ਹਾਂ ਇੱਥੇ ਮੇਰੇ ਕੋਲ ਆ ਗਿਆ 5 2 10 2 20 और 1 0 ਇਹਦੇ ਕੋਲ 1 0 ਇਹਦੇ ਕੋਲ 2000 ਆ ਗਿਆ ਨੀਚੇ ਕਿੰਨਾ ਆ ਗਿਆ 2000 ਉੱਪਰ ਕੀ ਆਊਗਾ 3 ਨੂੰ 11 ਨਾਲ ਕਰਾਂਗੇ ਤਾਂ ਕਿੰਨਾ ਆ ਗਿਆ ਮੇਰੇ ਕੋਲ 33 33 ਨੂੰ ਕਰਨਾ ਵਾ ਅਸੀਂ 17 ਦੇ ਨਾਲ ਸੋ 7 ਨੂੰ 3 ਨਾਲ ਕਰਾਂਗੇ ਤਾਂ 7 ਨੂੰ 3 ਨਾਲ ਕਰਾਂਗੇ ਤਾਂ 21 7 ਨੂੰ 3 ਨਾਲ ਕਰਾਂਗੇ 21 ਤੇ 23 ਇੱਥੇ ਮੇਰੇ ਕੋਲ ਆ ਗਿਆ 33 ਸਾਡਾ ਆਨਸਰ ਜੋ ਹੈ ਇੱਥੇ ਕਿੰਨਾ ਆ ਗਿਆ 165 ਇੱਥੇ ਕਿੰਨਾ ਆ ਗਿਆ 561 ਕਿੰਨਾ ਆ ਗਿਆ 561 ਹੁਣ ਧਿਆਨ ਨਾਲ ਸਮਝਣਾ ਕੁਐਸਚਨ ਕੀ ਕਹਿ ਰਿਹਾ ਵਾ ਹੁਣ ਇਹਦਾ ਮਤਲਬ ਹੈ ਕਿ 2000 ਰੁਪਏ ਲੀਟਰ ਤੇਲ ਸੀਗਾ ਹੁਣ 561 ਰੁਪਏ ਰਹਿ ਗਿਆ ਜੋ ਅਸੀਂ ਸੋਲਵ ਕੀਤਾ ਨਾ ਇਹਦੇ ਵਿੱਚੋਂ ਕਿਸੇ 2000 ਰੁਪਏ ਲੀਟਰ ਤੇਲ ਸੀਗਾ ਕੋਈ ਹੁਣ 561 ਰਹਿ ਗਿਆ ਉਹ ਪੁੱਛ ਰਿਹਾ ਵਾ ਕਿ ਤੇਲ ਦਾ ਪ੍ਰਾਈਸ ਕਿੰਨੇ ਪਰਸੈਂਟ ਘਟ ਗਿਆ ਜਾਂ ਵੱਧ ਗਿਆ ਪ੍ਰਾਈਸ ਤਾਂ ਘਟ ਗਿਆ ਵਾ 2000 ਵਾਲੀ ਚੀਜ਼ 561 ਦੀ ਹੋ ਗਈ ਇਹਦਾ ਮਤਲਬ ਇਨਕਰੀਜ਼ ਵਾਲੇ ਆਪਸ਼ਨ ਨਹੀਂ ਆਣੇ ਕਿੰਨਾ ਘਟ ਗਿਆ ਅਸੀਂ ਦੇਖਣਾ 2000 ਤੇ ਕਿੰਨਾ ਘਟ ਗਿਆ ਠੀਕ ਹੈ 2000 ਤੇ ਇਹ ਕਿੰਨਾ ਘਟ ਗਿਆ ਧਿਆਨ ਨਾਲ ਦੇਖੋ ਹਾਲਾਂਕਿ ਅਸੀਂ 2000 ਤੇ ਕੈਲਕੂਲੇਸ਼ਨ ਨਹੀਂ ਕਰਦੀ ਆਪਾਂ 1000 ਤੇ 1 ਦੇ ਜ਼ੀਰੋਆਂ ਤੇ ਕੈਲਕੂਲੇਸ਼ਨ ਕਰਦੀ ਅਗਰ ਮੈਂ ਮੰਨ ਲਓ ਮੈਂ ਇੱਥੇ ਲਿਖ ਦਵਾਂ ਅਗਰ ਮੈਂ ਲਿਖਦਾ ਇੱਥੇ 1000 ਅੱਧਾ ਕਰਤਾ ਤੇ ਉੱਪਰ ਵਾਲੇ ਨੰਬਰ ਨੂੰ ਅੱਧਾ ਕਰਾਂਗੇ ਤਾਂ ਕਿੰਨਾ ਆਊਗਾ 280.5 ਕਿੰਨਾ ਕਰਾਂਗੇ 280.5 ਕਿੰਨਾ ਆ ਗਿਆ 280.5 ਹਜੇ ਮੈਂ ਕੁਝ ਨਹੀਂ ਕੀਤਾ ਮੈਂ ਸਿਰਫ 2000 ਨੂੰ 1000 ਕਰਤਾ ਉੱਪਰ ਨੰਬਰ ਨੂੰ ਅੱਧਾ ਕਰ ਦਿੱਤਾ ਹੁਣ ਇੱਥੋਂ ਦੀ ਅਗਰ ਮੈਂ 0 1 ਘਟਾ ਦੇਵਾਂ ਇੱਥੇ ਡਾਟ ਲਗਾ ਦਾਂ ਤਾਂ ਉੱਪਰ ਇੱਕ ਡਾਟ ਇਦਾਂ ਕਰ ਦਾਂਗੇ 28.05/100 ਹੁਣ 100 ਵਾਲੀ ਚੀਜ਼ ਜਿਹੜੀ ਹੈ ਨਾ ਉਹ 28.5 ਰੁਪਏ ਹੋ ਗਈ ਤਾਂ ਘਟੀ ਕਿੰਨੀ ਪਰਸੈਂਟੇਜ 'ਚ ਨਿਕਲ ਕੇ ਆਊਗਾ ਹੁਣ ਆਨਸਰ 100 ਨੂੰ ਬੇਸ ਲਿਆਉਣ ਦਾ ਮਤਲਬ ਹੀ ਆ ਵਾ ਪਰਸੈਂਟ ਮੀਨਸ ਪਰ 100 ਹੁਣ 100 ਤੋਂ ਕਿੰਨੀ ਘੱਟ ਹੈ ਧਿਆਨ ਨਾਲ ਦੇਖੋ ਅਗਰ ਮੈਂ ਇਹਨੂੰ 30 ਪੂਰਾ ਕਰ ਦੇਵਾਂ ਤੇ 70 ਇੱਕ ਹੋ ਗਿਆ ਤਾਂ ਮੇਰੇ ਕੋਲ ਆ ਜਾਊਗਾ 195 7195 ਜੋ ਸਾਡਾ ਆਨਸਰ ਆਊਗਾ ਕਿੰਨਾ ਘਟ ਗਿਆ ਇਹ 100 ਤੋਂ ਉੱਪਰ ਕਿੰਨਾ ਨੰਬਰ ਘਟ ਕੇ ਲਿਖਿਆ ਹੋਇਆ ਵਾ 71.95% ਇੰਨਾ ਨੰਬਰ ਘਟਾ ਕੇ ਲਿਖਿਆ ਹੋਇਆ ਠੀਕ ਹੈ ਜੀ ਇਹ ਕੁਐਸਚਨ ਸੀਗਾ ਥੋੜਾ ਜਿਹਾ ਟਿਪੀਕਲ ਕਹਿ ਸਕਦੇ ਪਰ ਅਗਰ ਕਿਸੇ ਨੂੰ ਪਰਸੈਂਟੇਜ ਫ੍ਰੈਕਸ਼ਨਸ ਨਾਲ ਖੇਲਣਾ ਆਂਦਾ ਵਾ ਤੇ ਉਹਦੇ ਲਈ ਇਹ ਕੁਐਸਚਨ ਬਹੁਤ ਈਜ਼ੀ ਸੀਗਾ ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਇਹ ਕੁਐਸਚਨ ਅੱਛਾ ਹੈ ਜਿਹੜਾ ਕਿ ਤੁਹਾਨੂੰ ਮੈਂ ਕਹਿ ਰਿਹਾ ਇੱਕ ਅੱਧਾ ਕੁਐਸਚਨ ਜਿਹੜਾ ਡਿਫਿਕਲਟ ਹੈ ਜਾਂ ਥੋੜਾ ਅੱਛਾ ਹੈ ਉਹ ਵਾਲਾ ਕੁਐਸਚਨ ਹੈ ਇਹਦੇ ਵਿੱਚੋਂ ਕੀ ਕਹਿ ਰਿਹਾ ਵਾ ਕਿ ਇੱਕ ਟਰੇਡਰ ਨੇ 71% ਗੇਨ ਤੇ ਕੋਈ ਚੀਜ਼ ਵੇਚਤੀ ਜਿਹਨੂੰ ਮੈਂ ਇਦਾਂ ਲਿਖ ਸਕਦਾ ਵਾਂ ਕਿ ਕਾਸਟ ਪ੍ਰਾਈਸ 100% ਹੁੰਦਾ ਵਾ ਤਾਂ ਮੈਂ ਲਿਖ ਦੂੰਗਾ 171% ਕਿੰਨਾ ਹੋ ਗਿਆ 171% ਕਹਿੰਦਾ ਆਫਟਰ 2 ਸਕਸੈਸਿਵ ਡਿਸਕਾਊਂਟਸ ਆਫ ਦਿਸ ਹੁਣ ਦੇਖੋ ਜਿਹੜਾ ਪ੍ਰੋਫਿਟ ਹੁੰਦਾ ਵਾ ਉਹ ਅਸੀਂ ਕਾਸਟ ਪ੍ਰਾਈਸ ਤੇ ਕੈਲਕੂਲੇਟ ਕਰਦੇ ਆ ਤਾਂ ਜਿਹੜਾ ਡਿਸਕਾਊਂਟ ਹੁੰਦਾ ਉਹ ਮਾਰਕਡ ਪ੍ਰਾਈਸ ਤੇ ਹੁਣ ਜਦੋਂ ਕਾਸਟ ਪ੍ਰਾਈਸ ਤੇ 71% ਦਾ ਪ੍ਰੋਫਿਟ ਹੋਇਆ ਤਾਂ ਸਾਡੇ ਕੋਲ ਸੈਲਿੰਗ ਪ੍ਰਾਈਸ ਆਊਗਾ ਤੇ ਮਾਰਕਡ ਪ੍ਰਾਈਸ ਤੇ ਅਗਰ ਮੈਂ ਡਿਸਕਾਊਂਟ ਕਰ ਦਵਾਂ ਤਾਂ ਵੀ ਸੈਲਿੰਗ ਪ੍ਰਾਈਸ ਆਊਗਾ ਤੇ ਦੋਨੋਂ ਸੇਮ ਹੋਣਗੇ ਡਿਸਕਾਊਂਟ ਕਿੰਨਾ ਪਹਿਲਾਂ 50% ਦਾ ਡਿਸਕਾਊਂਟ ਹੋ ਗਿਆ ਤਾਂ ਬਚਿਆ ਕਿੰਨਾ 50% ਅਗਲੀ ਵਾਰ 48% ਦਾ ਡਿਸਕਾਊਂਟ ਹੋ ਗਿਆ ਤਾਂ ਬਚਿਆ ਕਿੰਨਾ 52% ਬਚੀ ਹੋਈ ਚੀਜ਼ ਲਿਖਦੇ ਆ ਦੇਖੋ ਸੈਲਿੰਗ ਪ੍ਰਾਈਸ ਕੀ ਹੁੰਦਾ ਵਾ ਜਾਂ ਤੁਹਾਡੇ ਖਰੀਦਣ ਦਾ ਪ੍ਰਾਈਸ ਕੀ ਹੁੰਦਾ ਅਗਰ ਮੰਨ ਲਓ ਕਿ ਤੁਹਾਨੂੰ ਡਿਸਕਾਊਂਟ ਮਿਲਿਆ 20% ਦਾ ਤਾਂ 20% ਤਾਂ ਹਵਾ 'ਚ ਖਤਮ ਹੋ ਗਿਆ 100 ਵਾਲੀ ਚੀਜ਼ ਤੇ 20% ਡਿਸਕਾਊਂਟ ਦਾ ਮਤਲਬ ਕਿ ਉਹਨੇ ਤੁਹਾਨੂੰ ਚੀਜ਼ 80 ਰੁਪਏ ਦੀ ਵੇਚਤੀ ਤੁਸੀਂ 80 ਰੁਪਏ ਦੀ ਖਰੀਦ ਲਈ ਸੋ ਇਦਾਂ ਹੀ ਅਗਰ ਤੁਹਾਨੂੰ 50% ਦਾ ਡਿਸਕਾਊਂਟ ਹੋ ਗਿਆ ਚੀਜ਼ ਬਚੀ ਕਿੰਨੀ 50% ਅਗਰ 48% ਦਾ ਡਿਸਕਾਊਂਟ ਹੋ ਗਿਆ ਚੀਜ਼ ਬਚੀ ਕਿੰਨੀ 52% ਹੁਣ ਇਹ ਬਰਾਬਰ ਹੈ ਇਹਦੇ ਵਿੱਚੋਂ ਮੈਂ ਕੀ ਕਰੂੰਗਾ ਕਾਸਟ ਪ੍ਰਾਈਸ ਤੇ ਮਾਰਕਡ ਪ੍ਰਾਈਸ ਦੀ ਰੇਸ਼ੋ ਨਿਕਾਲਾਂਗੇ ਠੀਕ ਹੈ ਹੁਣ ਧਿਆਨ ਨਾਲ ਇੱਕ ਗੱਲ ਦੇਖਿਓ ਇਹ ਪਰਸੈਂਟੇਜ ਦੇ ਨਾਲ 1% ਕੈਂਸਲ ਕਰ ਦਈਏ ਠੀਕ ਹੈ ਹੁਣ ਇਹਦੀ ਵੈਲਿਊ ਤਾਂ ਕੀ ਆਉਂਗੀ 50% ਨੂੰ ਆਪਾਂ ਕੀ ਲਿਖਦੇ ਹਾਂ 1/2 ਇੱਥੇ ਕਿੰਨਾ ਇਹ ਪਰਸੈਂਟੇਜ ਖਤਮ ਹੋ ਚੁੱਕੀ ਇੱਥੇ ਕੀ ਹੈਗਾ 52 ਇੱਥੇ ਕਿੰਨਾ ਆ ਜਾਣਾ 26 ਇੱਥੇ ਕੀ ਬਚ ਜਾਣਾ ਸਿਰਫ 26 ਤਾਂ ਮੈਂ ਲਿਖ ਦੂੰਗਾ 26 ਔਰ ਇੱਥੇ 171 ਬਚ ਗਿਆ ਠੀਕ ਹੈ ਜੀ ਇੱਥੇ ਕੀ ਬਚ ਗਿਆ 171 ਪਹਿਲਾ ਸਟੈਪ ਇਹ ਕਰਨਾ ਵਾ ਤੁਸੀਂ ਦੂਸਰਾ ਹੁਣ ਤੁਹਾਨੂੰ ਕੀ ਕਹਿ ਰਿਹਾ ਵਾ ਅੱਗੇ ਅਗਰ ਪੜ੍ਹੀਏ ਧਿਆਨ ਨਾਲ ਉਹ ਕਹਿੰਦਾ ਹੁਣ ਇੱਕ ਸਟੇਟਮੈਂਟ ਖਤਮ ਹੋ ਗਈ ਕਹਿੰਦਾ ਅਗਰ ਖਰੀਦਣ ਵਾਲਾ ਪ੍ਰਾਈਸ ਉਹਦਾ 28% ਤੋਂ ਵੱਧ ਜਾਵੇ ਪਹਿਲਾਂ ਅਸੀਂ ਕਾਸਟ ਪ੍ਰਾਈਸ ਕੀ ਲੈ ਕੇ ਚੱਲ ਰਹੇ ਹਾਂ ਸੀਪੀ ਹੁਣ ਇਹਦਾ 28% ਅਗਰ ਪ੍ਰਾਈਸ ਵੱਧ ਗਿਆ ਤਾਂ ਕਿੰਨਾ ਆ ਗਿਆ 128% ਕਹਿੰਦਾ ਹੁਣ ਅਗਰ ਉਹ ਸੇਮ ਪ੍ਰੋਫਿਟ ਕਮਾਉਣਾ ਚਾਹੁੰਦਾ ਵਾ ਇਹਦਾ ਮਤਲਬ ਆਹ ਵਾਲੇ ਕਾਸਟ ਪ੍ਰਾਈਸ ਦਾ
71% ਜ਼ਿਆਦਾ ਕਮਾਉਣਾ ਚਾਹੁੰਦਾ ਵਾ ਤਾਂ ਦੱਸੋ ਆਹ ਵਾਲੇ ਮਾਰਕਡ ਪ੍ਰਾਈਸ ਤੇ ਹੁਣ ਉਹ ਇੱਕ ਸਿੰਗਲ ਡਿਸਕਾਊਂਟ ਕਿੰਨਾ ਦਊਗਾ। ਕਾਸਟ ਪ੍ਰਾਈਸ 28% ਤੋਂ ਵੱਧ ਗਿਆ, ਉਹਨੂੰ 71% ਦੇ ਪ੍ਰੋਫਿਟ ਤੇ ਵੇਚਿਆ ਤੇ ਇਹ ਸੈਲਿੰਗ ਪ੍ਰਾਈਸ ਆ ਗਿਆ। ਮਾਰਕਡ ਪ੍ਰਾਈਸ ਤੇ ਕੀ ਡਿਸਕਾਊਂਟ ਕਰੀਏ ਕਿ ਇਹ ਸੈਲਿੰਗ ਪ੍ਰਾਈਸ ਜੋ ਸੇਮ ਹੋ ਜਾਏ। ਮੈਨੂੰ x ਦੀ ਵੈਲਿਊ ਦੱਸਣੀ ਹੈ ਔਰ ਯਾਦ ਰੱਖਿਓ x ਦੀ ਵੈਲਿਊ ਜਿਹੜੀ ਆਉਂਗੀ ਉਹ ਡਿਸਕਾਊਂਟ ਕਰਨ ਤੋਂ ਬਾਅਦ ਦਾ ਪ੍ਰਾਈਸ ਆਂਦਾ ਵਾ। ਮੈਂ ਦੇਖਣਾ ਡਿਸਕਾਊਂਟ ਕਿੰਨਾ ਹੋਇਆ। ਹੁਣ ਧਿਆਨ ਨਾਲ ਦੇਖੋ ਮੈਂ ਕੀ ਕਰੂੰਗਾ, ਜਿਹੜੀ ਮੈਂ ਇੱਥੇ ਕਾਸਟ ਪ੍ਰਾਈਸ ਤੇ ਮਾਰਕਡ ਪ੍ਰਾਈਸ ਦੀ ਵੈਲਿਊ ਲਿਖੀ ਹੈ ਨਾ ਉਹ ਆਪਾਂ ਇੱਥੇ ਪੁੱਟ ਕਰਾਂਗੇ x ਦੀ ਵੈਲਿਊ ਕੱਢਣ ਲਈ। CP ਕਿੰਨਾ ਵਾ 26, ਇੱਥੇ ਕਿੰਨਾ ਆ ਗਿਆ 128, ਪਰਸੈਂਟੇਜ ਦੀ ਜਗ੍ਹਾ ਤੇ ਮੈਂ ਲਿਖਤਾ 100 ਇੰਟੂ ਇੱਥੇ ਕਿੰਨਾ ਆ ਗਿਆ 171/100। MP ਦੀ ਵੈਲਿਊ ਕਿੰਨੀ ਹੈ 171 ਹੈ ਇਕੱਲੀ, ਇੱਥੇ ਕਿੰਨਾ ਆ ਗਿਆ x। 171 ਨਾਲ 171 ਕੱਟ ਗਿਆ, ਪਹਿਲਾਂ ਕੋਈ ਕੈਲਕੂਲੇਸ਼ਨ ਨਹੀਂ ਕਰਨੀ। 171 ਨਾਲ ਕੀ ਹੈ 171 ਕੱਟ ਗਿਆ। ਹੁਣ ਅਸੀਂ ਕੀ ਕਰਨਾ ਵਾ, ਬਸ ਦੇਖੋ 0 ਐਡਜਸਟ ਕਰਨੇ ਆ। ਮੈਨੂੰ 128 ਇੰਟੂ 26 ਕਰਨਾ ਵਾ। ਕੀ ਕਰਨਾ ਵਾ 128 ਇੰਟੂ 26। ਇਹਨੂੰ ਕਰਨ ਦੇ ਬਹੁਤ ਤਰੀਕੇ, ਇੱਕ ਤਾਂ ਇਦਾਂ ਕਰ ਲਓ ਜਾਂ ਫਿਰ ਮੈਂ ਕੀ ਕਰੂੰਗਾ ਕਿ 128 ਦੇ 10 ਦੇ ਟੇਬਲ 'ਚ ਕੀ ਆਂਦਾ ਵਾ 1280, ਫਿਰ 10 ਦੇ ਟੇਬਲ 'ਚ ਕੀ ਆਂਦਾ ਵਾ 1280, 26 ਪੂਰਾ ਕਰਨਾ 20 ਹੋ ਗਿਆ, 5 ਕਰਾਂਗੇ ਤਾਂ 640, ਇੱਕ ਵਾਰ 26 128 ਲਿਖ ਦਾਂਗੇ। ਦੇਖੋ ਆਹ 10 ਦੇ ਟੇਬਲ ਦੇ ਵਿੱਚ, ਇਹ 10 ਦੇ ਟੇਬਲ ਦੇ ਵਿੱਚ, ਇਹ 5 ਦੇ ਟੇਬਲ ਦੇ ਵਿੱਚ, ਇਹ 1 ਦੇ ਟੇਬਲ ਦੇ ਵਿੱਚ, ਟੋਟਲ ਕਿੰਨਾ ਹੋ ਗਿਆ 26। ਇੱਥੇ ਕਿੰਨਾ ਆ ਜਾਊਗਾ 8, 16, 20 ਤੇ 22, 2 ਕੈਰੀ ਆ ਗਿਆ, 2 4 6 ਤੇ 12 13, 1 ਕੈਰੀ ਆ ਗਿਆ, ਇੱਥੇ ਕਿੰਨਾ ਆ ਗਿਆ 3328। ਕਿੰਨਾ ਆ ਗਿਆ 3328। ਧਿਆਨ ਨਾਲ ਦੇਖਿਓ ਮੇਰੇ ਕੋਲ ਆ ਗਿਆ 3328 ਔਰ ਨੀਚੇ ਨੰਬਰ ਕਿੰਨਾ ਵਾ 4 0 ਹੈ। ਸੋ 4 0 ਐਡਜਸਟ ਕਰਾਂਗੇ ਤਾਂ ਕਿੰਨਾ ਆ ਜਾਊਗਾ 0.3328। ਆ ਵੈਲਿਊ ਆ ਗਈ x ਦੀ। ਕਿੰਨੀ ਵੈਲਿਊ ਆ ਗਈ x ਦੀ। ਕਹਿਣ ਦਾ ਮਤਲਬ ਹੈ ਕਿ ਮਾਰਕਡ ਪ੍ਰਾਈਸ ਨੂੰ ਅਸੀਂ ਕਿੰਨਾ ਮਲਟੀਪਲਾਈ ਕੀਤਾ ਸੀਗਾ 0.3328 ਦੇ ਨਾਲ। ਮਾਰਕਡ ਪ੍ਰਾਈਸ ਇੱਕ ਆਪ ਹੈਗਾ ਵਾ ਤੇ ਉਹਨੂੰ ਹੁਣ 33.28 ਤੇ ਵੇਚਿਆ ਗਿਆ ਤਾਂ ਡਿਸਕਾਊਂਟ ਕਿੰਨਾ ਕੀਤਾ ਗਿਆ। ਅਸੀਂ ਦੇਖਣਾ ਇੱਕ ਤੋਂ ਇਹ ਕਿੰਨਾ ਘੱਟ ਹੈ, ਇੱਕ ਤੋਂ ਇਹ ਕਿੰਨਾ ਘੱਟ ਹੈ। ਜਾਂ ਤਾਂ ਇਦਾਂ ਦੇਖ ਲਓ ਜਾਂ ਫਿਰ ਇਦਾਂ ਦੇਖ ਲਓ ਕਿ ਧਿਆਨ ਨਾਲ ਦੇਖੋ ਜਿਹੜਾ 33 ਇੱਥੇ ਮੈਂ ਲਿਖ ਦਿੰਦਾ, ਕਿਉਂਕਿ ਜਦੋਂ ਆਪਾਂ ਪਰਸੈਂਟੇਜ ਨਿਕਾਲਦੇ 100 ਨਾਲ ਮਲਟੀਪਲਾਈ ਕਰਦੇ, ਮੈਂ 100 ਨਾਲ ਮਲਟੀਪਲਾਈ ਕਰਤਾ। ਅਸੀਂ ਦੇਖਣਾ ਕਿ ਇਹ 100 ਤੋਂ ਕਿੰਨਾ ਘੱਟ ਹੈ, ਉਹੀ ਮੇਰਾ ਆਨਸਰ ਹੈ। ਕਿੰਨਾ ਡਿਸਕਾਊਂਟ ਹੋਊਗਾ ਦੇਖੋ ਸਾਡਾ ਹੁਣ ਚੀਜ਼ ਨਿਕਲੀ ਕਿ ਅਗਰ ਮੈਂ ਕਹਾਂ ਕਿ ਮਾਰਕਡ ਪ੍ਰਾਈਸ ਤੇ 20% ਦਾ ਡਿਸਕਾਊਂਟ ਹੋਇਆ ਵਾ ਮਾਰਕਡ ਪ੍ਰਾਈਸ ਤੇ ਤਾਂ ਕਿੰਨਾ ਬਚੂਗਾ 80%। ਹੁਣ ਆਹ ਵੈਲਿਊ ਮੇਰੇ ਕੋਲ ਆ ਗਈ ਹੈ, ਪਰ ਮੈਂ ਇੱਥੋਂ ਦੇਖ ਕੇ ਆ ਨਹੀਂ ਦੱਸ ਸਕਦਾ ਕਿ ਡਿਸਕਾਊਂਟ ਮਤਲਬ 80 ਨੂੰ ਦੇਖ ਕੇ ਆਪਾਂ ਕੀ ਕਹਿ ਸਕਦੇ ਹਾਂ ਕਿ ਡਿਸਕਾਊਂਟ ਕਿੰਨਾ ਹੋਊਗਾ 20 ਡਿਸਕਾਊਂਟ ਹੋਊਗਾ, ਮਤਲਬ 100 ਚੋਂ ਮਾਈਨਸ ਕਰਕੇ। ਇੱਦਾਂ ਹੀ ਇਹਨੂੰ 100 ਚੋਂ ਮਾਈਨਸ ਕਰਨਾ ਹੈ। 100 ਚੋਂ ਅਗਰ ਮੈਂ ਇਹਨੂੰ ਮਾਈਨਸ ਕਰਾਂ ਤਾਂ ਮੇਰਾ ਆਨਸਰ ਕੀ ਆਊਗਾ। ਧਿਆਨ ਨਾਲ ਦੇਖੋ 33 ਤੇ 66 99 ਹੁੰਦੇ ਆ, 33 ਤੇ 66 ਕਿੰਨੇ 99, ਮੇਰਾ ਆਨਸਰ ਆ ਜਾਊਗਾ 66। ਇਹ 3 ਆ ਜਾਊਗਾ ਤੇ 7 ਪੂਰਾ 100 ਬਣ ਜਾਊਗਾ। ਸਾਡਾ ਆਨਸਰ ਕਿੰਨਾ ਆਊਗਾ 66.7%। ਠੀਕ ਹੈ ਜੀ। ਸੋ ਇਹ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਸੀਗਾ। ਸੋ ਆਪਾਂ ਬਾਕੀ ਸਾਰੇ ਸੈਟਸ ਕਰਾਂਗੇ। ਆਪਾਂ ਟਰਾਈ ਕਰਾਂਗੇ ਕਿ ਸਾਰੀ ਜਿਹੜੀ ਤਿਆਰੀ ਹੈ ਇੱਥੇ ਮੈਂ ਤੁਹਾਨੂੰ ਕਰਵਾ ਦੇਵਾਂ। ਪਹਿਲਾਂ 2025 ਦੇ ਸੈੱਟ, ਫਿਰ 24 ਦੇ ਸੈੱਟ, ਫਿਰ ਟੌਪਿਕ ਵਾਈਜ਼ ਕੁਐਸਚਨ, ਪਰਸੈਂਟੇਜ ਕਿਹੜੇ ਆਏ, ਆਪਣੇ ਸਿੰਪਲੀਫਿਕੇਸ਼ਨ ਕਿਹੜੇ ਆਏ, ਰੇਸ਼ੋ, ਜਿੰਨੇ ਵੀ ਕੁਐਸਚਨ ਪੁੱਛੇ ਗਏ ਹੈ ਉਹ ਸਾਰੇ ਟੌਪਿਕ ਵਾਈਜ਼ ਜੋ ਹੈ ਮੈਂ ਕਰਵਾਊਂਗਾ ਤੁਹਾਨੂੰ। ਠੀਕ ਹੈ ਜੀ। ਸੋ ਅਗਰ ਤੁਸੀਂ ਪਹਿਲੀ ਵਾਰ ਆਏ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ, ਜੋ ਚੈਨਲ ਹੈ ਉਹਨੂੰ ਲਾਈਕ ਕਰ ਦਿਓ, ਆਪਣੇ ਗਰੁੱਪਸ ਦੇ ਵਿੱਚ ਸੈਂਡ ਕਰ ਦਿਓ ਤਾਂ ਜੋ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬੱਚੇ ਜੋ ਹੈ ਇਹਦਾ ਬੈਨੀਫਿਟ ਲੈ ਸਕਣ। ਠੀਕ ਹੈ ਜੀ। ਥੈਂਕ ਯੂ।